ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। 7-8 ਮਾਮਲੇ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ ਅਸੀਂ। ਸਭ ਤੋਂ ਪਹਿਲਾਂ ਤਾਂ ਕਰਜ਼ੇ ਬਾਰੇ ਗੱਲਬਾਤ ਕਰਨੀ ਹੈ ਕਿ ਲੋਕਾਂ ਦੇ ਉੱਤੇ ਕਰਜ਼ਾ ਕਿੰਨਾ ਕੁ ਆ, ਕ੍ਰੈਡਿਟ ਕਾਰਡਾਂ ਦਾ। ਦੂਜੀ ਗੱਲਬਾਤ ਕਰਨੀ ਹੈ ਕਿ ਕੈਨੇਡਾ ਤੋਂ ਜਿਹੜੇ ਬਾਹਰੋਂ ਡਾਕਟਰ ਨੇ ਆਪਣੇ ਦੇਸ਼ਾਂ ਦੇ ਵਿੱਚ ਉਹ ਡਾਕਟਰ ਸੀਗੇ, ਇਲਾਜ ਕਰਦੇ ਆਏ, ਅਤੇ ਇੱਥੇ ਕੋਈ ਟਰੱਕ ਚਲਾਉਂਦਾ ਅਤੇ ਕੋਈ ਡਾਲਰ ਸਟੋਰ ਦੇ ਉੱਤੇ ਕੈਸ਼ੀਅਰ ਲੱਗਾ ਆ। ਤੀਜੀ ਗੱਲਬਾਤ ਕਰਨੀ ਆ ਕਿ ਕੈਨੇਡਾ ਦੇ ਵਿੱਚ ਬਾਹਰੀ ਦਖਲ ਬਾਰੇ ਬਹੁਤ ਵਾਰੀ ਗੱਲਬਾਤ ਹੁੰਦੀ ਆ, ਅਤੇ ਹੁਣ ਜਸਟਿਨ ਟਰੂਡੋ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਪੈ ਰਿਹਾ ਵੀ ਇਸ ਮਾਮਲੇ ਦੀ ਜਾਂਚ ਕਰਾਓ ਵੀ ਬਾਹਰਲੇ ਦੇਸ਼ ਸੱਚੀ ਕੈਨੇਡਾ ਦੇ ਵਿੱਚ ਇੰਟਰਫੀਅਰ ਕਰ ਰਹੇ ਆ, ਚੀਨ ਦੇ ਉੱਤੇ ਸਿੱਧਾ ਇਸ਼ਾਰਾ ਜਾਂ ਨਹੀਂ। ਅਗਲੀ ਗੱਲਬਾਤ ਬਰਥ ਟੂਰਿਜ਼ਮ ਦੀ ਹੈ। ਬਰਥ ਟੂਰਿਜ਼ਮ ਦਾ ਮਤਲਬ ਇਹ ਆ ਕਿ ਕੋਈ ਔਰਤ ਕੈਨੇਡਾ ਦੇ ਵਿੱਚ ਆਉਂਦੀ ਹੈ, ਵੀਜ਼ਾ ਲੈ ਕੇ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਵਾਪਸ ਚਲੀ ਜਾਂਦੀ ਹੈ ਅਤੇ ਬੱਚਾ ਇੱਥੇ ਦਾ ਸਿਟੀਜ਼ਨ ਹੋ ਜਾਂਦਾ। ਮੈਟਰੋ ਵੈਨਕੂਵਰ ਦੇ ਵਿੱਚ ਮੌਸਮ ਨੇ ਕਾਫੀ ਪਰੇਸ਼ਾਨ ਕੀਤਾ, ਜਿਹੜੀ ਕਾਫੀ ਭਾਰੀ ਬਰਫ਼ਬਾਰੀ ਹੋਈ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਆਰਟੀਫਿਸ਼ੀਅਲ ਇੰਟੈਲੀਜੈਂਸ, ਖਾਸ ਕਰਕੇ ਜਦੋਂ ਦਾ GPT ਚੈਟ ਆਇਆ ਉਹਨੇ ਬਹੁਤ ਸਾਰੇ ਸਵਾਲ ਪੈਦਾ ਕੀਤੇ। ਇਹਦੇ ਬਾਰੇ ਇੱਕ ਸਰਵੇ ਸਾਹਮਣੇ ਆਇਆ ਅਤੇ ਫੈਡਰਲ ਸਰਕਾਰ ਨੇ ਜਿਹੜਾ ਲੋਨ ਦਿੱਤਾ ਸੀ ਲੋਕਾਂ ਨੂੰ ਆ ਪੈਂਡੈਮਿਕ ਦੇ ਵਿੱਚ ਜਿਹੜੇ ਬਿਜ਼ਨਸਿਸ ਨੂੰ, ਉਹ ਵਾਪਸ ਨਹੀਂ ਦੇ ਰਹੇ ਹੁਣ, ਅਤੇ ਕਹਿ ਇਹ ਰਹੇ ਆ ਵੀ ਇਹਦੀ ਡੈਡਲਾਈਨ ਵਧਾਓ, ਸਾਡੇ ਕੋਲ ਵਾਪਸ ਨਹੀਂ ਦਿੱਤਾ ਜਾਣਾ। ਇੱਕ ਖਬਰ ਇਟਲੀ ਤੋਂ ਆ, ਜਿਹਦੇ ਵਿੱਚ ਇਟਲੀ ਪਹੁੰਚਣ ਨੂੰ ਬੜਾ ਯਤਨ ਕਰ ਰਹੀ ਇੱਕ ਕਿਸ਼ਤੀ ਪਲਟ ਗਈ ਹੈ, ਕਈ ਲੋਕਾਂ ਦੀ ਮੌਤ ਹੋ ਗਈ ਆ। ਅਤੇ ਜਿਹੜਾ ਯੂਕਰੇਨ ਅਤੇ ਰੂਸ ਦੇ ਯੁੱਧ ਬਾਰੇ ਰੂਸੀ ਰਾਸ਼ਟਰਪਤੀ ਬਾਰੇ ਖਾਸ ਕਰਕੇ ਵਲਾਦੀਮੀਰ ਜ਼ੈਲੈਂਸਕੀ ਦਾ ਇੱਕ ਬਿਆਨ ਬਹੁਤ ਚਰਚਾ ਦੇ ਵਿੱਚ ਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ। ਕੈਨੇਡਾ ਦੇ ਵਿੱਚ ਲੋਕਾਂ ਦੇ ਸਿਰ ਦੇ ਉੱਤੇ ਕਰਜ਼ਾ ਇਸ ਵੇਲੇ ਕਾਫੀ ਜ਼ਿਆਦਾ ਆ। ਕੁਛ ਜਿਹੜੇ ਕਾਲਮ ਨਵੀਸ ਨੇ ਜਾਂ ਆਰਟੀਕਲ ਲਿਖਦੇ ਆ, ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਸਾਡਾ ਨੈਸ਼ਨਲ ਐਂਥਮ ਉਹ ਕੈਨੇਡਾ ਹੋਣਾ ਚਾਹੀਦਾ, OWE, ਨਾ ਕਿ ਉਹ ਕੈਨੇਡਾ। ਇੰਨਾ ਜ਼ਿਆਦਾ ਕਰਜ਼ਾ ਲੋਕਾਂ ਦੇ ਸਿਰ, ਔਰ ਕਈ ਦਹਾਕਿਆਂ ਤੋਂ ਇਹ ਕਰਜ਼ਾ ਐਸੇ ਤਰ੍ਹਾਂ ਚੱਲਿਆ ਆ ਰਿਹਾ ਪੀੜ੍ਹੀ ਦਰ ਪੀੜ੍ਹੀ, ਚਾਹੇ ਕੋਈ 18 ਸਾਲਾਂ ਤੋਂ ਲੈ ਕੇ 20 ਸਾਲਾਂ ਤੋਂ 30 ਸਾਲਾਂ ਦੇ ਵਿੱਚ ਹੈ, ਕਈ 30 ਤੋਂ 50 'ਚ, ਅਤੇ ਕਈ 50 ਤੋਂ 70 'ਚ। ਲੋਨ ਕਰਜ਼ਾ ਸਾਰਿਆਂ ਦੇ ਸਿਰ ਹੀ ਉੱਦਾਂ ਦਾ ਉੱਦਾਂ ਹੀ ਖੜ੍ਹਾ। ਹੁਣ ਕੀ ਲੋਕਾਂ ਦਾ ਕਸੂਰ ਆ ਇਹਦੇ ਵਿੱਚ, ਸਰਕਾਰਾਂ ਦੀਆਂ ਪਾਲਿਸੀਜ਼ ਦਾ ਕਸੂਰ ਆ, ਇਹ ਅਜੇ ਤੱਕ ਸਮਝ ਨਹੀਂ ਆ ਰਿਹਾ। $1 ਦੇ ਪਿੱਛੇ ਕਹਿੰਦੇ $1.83, ਜਾਣੀ ਕਿ $1 ਤੇ 83 ਸੈਂਟ ਕਰਜ਼ਾ ਲੋਕਾਂ ਦੇ ਸਿਰ ਇਸ ਵੇਲੇ ਖੜ੍ਹਾ। ਔਰ ਇਹ ਕਰਜ਼ਾ ਜਿੰਨਾ ਕੈਨੇਡਾ 'ਚ ਲੋਕਾਂ ਦੇ ਸਿਰ ਆ, ਇਹ ਅਮਰੀਕਾ ਵਾਲਿਆਂ ਨਾਲੋਂ ਵੀ ਜ਼ਿਆਦਾ ਆ, ਬ੍ਰਿਟੇਨ ਵਾਲਿਆਂ ਨਾਲੋਂ ਵੀ ਜ਼ਿਆਦਾ ਆ, ਜਰਮਨੀ ਵਾਲਿਆਂ ਨਾਲੋਂ ਵੀ ਜ਼ਿਆਦਾ ਆ, ਫਰਾਂਸ ਵਾਲਿਆਂ ਨਾਲੋਂ ਵੀ ਜ਼ਿਆਦਾ ਆ, ਅਤੇ ਜਾਪਾਨ ਵਾਲਿਆਂ ਨਾਲੋਂ ਵੀ ਜ਼ਿਆਦਾ ਆ। ਜਿਸ ਤਰੀਕੇ ਦੇ ਨਾਲ ਮਤਲਬ ਲੋਕ ਨੱਕ ਤੱਕ ਡੁੱਬੇ ਪਏ ਆ ਇਸ ਕਰਜ਼ੇ ਦੇ ਵਿੱਚ, ਅਤੇ ਹੁਣ ਜਦੋਂ ਇੰਟਰਸਟ ਰੇਟ ਹੋਰ ਵੱਧ ਗਿਆ ਤਾਂ ਇਹਨੇ ਸੰਕਟ ਹੋਰ ਖੜ੍ਹਾ ਕਰ ਦਿੱਤਾ। ਇਹਨਾਂ ਦੇ ਨਾਲ ਟੂਲ ਨੇ ਬਹੁਤ ਸਾਰੇ ਔਨਲਾਈਨ ਅਵੇਲੇਬਲ, ਜਿਹਨਾਂ ਟੂਲਸ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਮੇਰੇ 'ਤੇ ਕਰਜ਼ਾ ਕਿੰਨਾ ਆ ਅਤੇ ਬਾਕੀਆਂ 'ਤੇ ਕਿੰਨਾ ਆ। ਮਤਲਬ ਤੁਸੀਂ ਉਮਰ ਤੁਹਾਡੀ ਮੰਨ ਲਓ 40 ਤੋਂ ਲੈ ਕੇ 60 ਸਾਲ ਦੇ ਵਿਚਕਾਰ ਆ, ਫਿਰ ਉੱਥੇ ਜਿਹੜੀਆਂ ਇਹ ਸਾਈਟਸ ਨੇ 40 ਤੋਂ ਲੈ ਕੇ 60 ਸਾਲ ਉਮਰ ਲਿਖ ਦਿਓ, ਫਿਰ ਦੱਸੋ ਵੀ ਮੇਰੇ ਸਿਰ 'ਤੇ ਮੌਰਗੇਜ ਕਿੰਨੀ ਆ। ਮੰਨ ਲਓ ਤੁਹਾਡੇ ਸਿਰ 'ਤੇ 4 ਲੱਖ ਮੌਰਗੇਜ ਆ, ਅਤੇ ਇਹ ਤੁਹਾਨੂੰ ਬਾਕੀ ਦੱਸ ਦੇਣਗੇ ਕਿ ਬਾਕੀ ਐਵਰੇਜ ਜਿਹੜੇ 40 ਤੋਂ 60 ਸਾਲ ਉਮਰ ਵਾਲੇ ਕੈਨੇਡੀਅਨ ਨੇ ਉਹਨਾਂ ਦੇ ਸਿਰ ਮੌਰਗੇਜ ਕਿੰਨੀ ਹੈ। ਜੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਮੈਂ ਬਾਕੀਆਂ ਦੇ ਹਿਸਾਬ ਨਾਲ ਸੁਖੀ ਹਾਂ ਜਾਂ ਬਾਕੀਆਂ ਜਿੰਨਾ ਹੀ ਮੇਰੇ 'ਤੇ ਕਰਜ਼ਾ ਹੈ। ਜਾਂ ਈਵਨ ਤੁਸੀਂ ਇਹਨੂੰ ਕੋਈ ਵੀ ਕ੍ਰੈਡਿਟ ਕਾਰਡ ਦਾ ਕਰਜ਼ਾ, ਮੰਨ ਲਓ ਕਈ ਲੋਕ ਕ੍ਰੈਡਿਟ ਕਾਰਡ ਨੂੰ ਨਾਲ ਹੀ ਪੇ ਕਰਦੇ ਰਹਿੰਦੇ ਆ, ਅਤੇ ਕਈਆਂ ਦੇ ਉਹ ਸਿਰ ਖੜ੍ਹੇ ਹੋ ਜਾਂਦੇ ਅਤੇ ਮਿਨੀਮਮ ਪੇਮੈਂਟ ਦਿੰਦੇ ਆ। ਉੱਥੇ ਜਾ ਕੇ ਤੁਸੀਂ ਫਿਲ ਕਰ ਦਿਓ ਕ੍ਰੈਡਿਟ ਕਾਰਡ, ਉਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡੇ ਸਿਰ ਦੇ ਉੱਤੇ ਜਿਹੜਾ ਕ੍ਰੈਡਿਟ ਕਾਰਡ ਦਾ $5000 ਆ ਜਾਂ $50000 ਆ, ਇਹ ਬਾਕੀਆਂ ਦੇ ਮੁਕਾਬਲੇ ਕਿੱਥੇ ਕੁ ਇਸ ਵੇਲੇ ਖੜ੍ਹਾ ਆ। ਜਿਹੜੀ ਡੈਟ ਟੂ ਡਿਸਪੋਜ਼ਲ ਇਨਕਮ ਰੇਸ਼ੋ ਆ, ਉਹਦੇ ਉੱਤੇ ਬਹੁਤ ਵੱਡਾ ਫਰਕ ਪਿਆ ਕਿ ਅਸਲ ਦੇ ਵਿੱਚ ਲੋਕਾਂ ਦੇ ਸਿਰ ਕਰਜ਼ਾ ਹੈ ਕਿੰਨਾ। ਇਹ ਜਿਹੜਾ ਇਨਫੋਰਮਲ ਅਤੇ ਐਨੋਨਿਮਸ ਸਰਵੇ ਲਾਂਚ ਕੀਤਾ ਸੀ ਜਨਵਰੀ ਦੇ ਵਿੱਚ, ਅਤੇ ਜਿਹੜੀ ਇੱਕ ਤਰੀਕੇ ਦੇ ਨਾਲ ਜਿਹਦੇ ਵਿੱਚ 6100 ਤੋਂ ਜ਼ਿਆਦਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ, ਅਤੇ ਇੱਕ ਨਿਊਜ਼ ਗਰੁੱਪ ਨੇ ਉਹਨਾਂ ਨਾਲ ਗੱਲਬਾਤ ਤੋਂ ਬਾਅਦ ਜਿਹੜੀ ਇਹ ਕੁਛ ਨਤੀਜੇ ਸਾਹਮਣੇ ਲਿਆਂਦੇ ਆ, ਉਹਦੇ ਰਿਜ਼ਲਟ ਸਾਹਮਣੇ ਆਏ ਆ ਕਿ ਦਹਾਕੇ ਦਰ ਦਹਾਕੇ ਲੋਕ ਕਰਜ਼ਾ ਸਿਰ 'ਤੇ ਲਈ ਜਾ ਰਹੇ ਆ। 18 ਸਾਲਾਂ ਤੋਂ ਲੈ ਕੇ 29 ਤੱਕ ਵੀ ਕਰਜ਼ਾ ਆ, 30 ਤੋਂ 39 ਤੱਕ, ਅਤੇ ਗਾਂਹ 17 ਤੋਂ ਲੈ ਕੇ ਜਦੋਂ ਬੰਦੇ ਦੀ ਉਮਰ ਰਿਟਾਇਰਮੈਂਟ ਵਾਲੀ ਤੋਂ ਵੀ ਕਿਤੇ ਜ਼ਿਆਦਾ ਹੁੰਦੀ ਆ, ਉਸ ਵੇਲੇ ਵੀ ਲੋਕਾਂ ਦੇ ਸਿਰ ਇੱਥੇ ਕਰਜ਼ਾ, ਔਰ ਜਨਰੇਸ਼ਨ ਉਹਨੂੰ ਡੈਟ ਨੂੰ ਕੈਰੀ ਕਰ ਰਹੀਆਂ ਆ ਕਿ ਕਿੰਨਾ ਕਰਜ਼ਾ ਇੱਕ ਤੋਂ ਗਾਂਹ ਇੱਕ। ਇਹਨਾਂ ਨੇ ਇਹ ਦੱਸਿਆ ਕਿ ਇੱਕ ਪਰਟੀਕੂਲਰ ਏਜ ਦੇ ਵਿੱਚ ਕਿੰਨਾ ਕਰਜ਼ਾ ਤੁਹਾਡੇ ਸਿਰ 'ਤੇ ਆ ਅਤੇ ਕਿੱਥੇ ਤੱਕ ਤੁਸੀਂ ਜਿਹੜਾ ਠੀਕ ਆ। ਇਹਨਾਂ ਦੇ ਕੈਲਕੂਲੇਟਰ 'ਤੇ ਤੁਸੀਂ ਇਹ ਵੀ ਚੈੱਕ ਕਰ ਸਕਦੇ ਆ। ਜਿਹੜੇ ਨੌਜਵਾਨ ਨੇ, ਹੋਮ ਓਨਰਸ ਨੇ, ਉਹਨਾਂ ਦੇ ਕੋਲ ਐਵਰੇਜ $5 ਲੱਖ ਦਾ ਕਰਜ਼ਾ ਉਹਨਾਂ ਦੇ ਸਿਰ 'ਤੇ ਆ। ਜਿਹੜੇ ਹੋਮ ਓਨਰ ਨੇ
ਯੰਗ ਨੇ, ਮਤਲਬ $500 ਮਿਲੀਅਨ ਦਾ ਕਰਜ਼ਾ ਉਹਨਾਂ ਦੇ ਸਿਰ ਤੇ ਇਸ ਵੇਲੇ ਦੱਸਿਆ ਜਾ ਰਿਹਾ। ਘਰ ਕਿਉਂਕਿ ਮਹਿੰਗੇ ਆ ਤੇ ਭਾਵੇਂ ਹੁਣ ਜਿਹੜੇ ਘਰਾਂ ਦੀਆਂ ਕੀਮਤਾਂ ਥੱਲੇ ਵੀ ਆ ਗਈਆਂ, ਪਰ ਫਿਰ ਵੀ ਜਿਹੜੇ ਯੰਗ ਅਡਲਟਸ ਨੇ ਸਰਵੇ ਦੇ ਵਿੱਚ ਦੱਸਦੇ ਆ ਕਿ 71% ਦੇ ਉੱਤੇ ਇਸ ਵੇਲੇ ਇਹ ਲੋਨ ਦੱਸਿਆ ਜਾ ਰਿਹਾ ਆ। ਜਿਹੜੇ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਸੀਗੀ ਪਹਿਲੀ ਹੋਮ ਓਨਰਸ਼ਿਪ ਦੀ, ਉਹਦੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਦੱਸਿਆ ਜਾ ਰਿਹਾ ਹੈ। ਕਲੋਜ਼ ਟੂ $500 ਮਿਲੀਅਨ ਇੱਕ ਨੋਰਮਲ ਜਿਹੜਾ 30 ਤੋਂ ਲੈ ਕੇ 40 ਸਾਲ ਦੇ ਵਿਚਕਾਰ ਉਹਦੇ ਉੱਤੇ ਇਹ ਕਰਜ਼ਾ ਰੀਅਲ estate ਦਾ ਹੈਗਾ। ਬਾਕੀ ਕਰਜ਼ੇ ਜਿਹੜੇ ਉਹ ਅਲੱਗ-ਅਲੱਗ ਹੋਰ ਤਰੀਕੇ ਦੇ ਨਾਲ ਦੱਸੇ ਜਾ ਸਕਦੇ ਆ। ਜਿਹੜੀ ਨੈਸ਼ਨਲ ਐਵਰੇਜ ਆ ਜਿਹੜੀ ਰੀਸੇਲ ਹਾਊਸ ਪ੍ਰਾਈਸ ਦੀ ਦਸੰਬਰ ਦੇ ਵਿੱਚ, ਉਹ ਤੁਹਾਨੂੰ ਪਤਾ ਕਿ 6,62,000 ਦੇ ਨੇੜੇ ਤੇੜੇ ਦੱਸੀ ਜਾ ਰਹੀ ਸੀ। ਸੋ ਇਸੇ ਤਰ੍ਹਾਂ ਹੀ ਜਿਹੜੇ ਹੋਰ ਨੇ, ਜਿਹੜੇ ਦੂਜੀ ਕੈਟਾਗਰੀ ਆ, ਉਹਨਾਂ ਦੇ ਵਿੱਚ ਅਲੱਗ ਤਰ੍ਹਾਂ ਦਾ ਕਰਜ਼ਾ। 45% ਜਿਹੜੇ 50 ਤੋਂ ਉੱਪਰ ਵਾਲੇ ਨੇ, ਉਹਨਾਂ ਨੇ ਰਿਪੋਰਟ ਕੀਤਾ ਕਿ ਉਹਨਾਂ ਦੇ ਸਿਰ ਤੇ ਮੌਰਗੇਜ ਆ। ਮਤਲਬ 50 ਸਾਲ ਤੋਂ ਉੱਪਰ ਵਾਲੇ ਲੋਕਾਂ ਦੇ 45% ਦੇ ਸਿਰ ਹਜੇ ਵੀ ਮੌਰਗੇਜ ਆ। ਉਹਨਾਂ ਕੋਲੇ ਲੋਨ ਉਹਨਾਂ ਨੇ ਕੋਈ ਨਾ ਕੋਈ ਇਸ ਵੇਲੇ ਲਿਆ ਆ। 60 ਸਾਲ ਤੋਂ ਉੱਪਰ 22% ਨੇ ਜਿਨ੍ਹਾਂ ਦੇ ਕੋਲ ਮੌਰਗੇਜ ਆ। 70 ਸਾਲ ਤੋਂ ਉੱਤੇ 11% ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਮੌਰਗੇਜ ਆ। ਮਤਲਬ ਮੌਰਗੇਜ ਲੋਕਾਂ ਦਾ ਪਿੱਛਾ 70 ਸਾਲ ਤੋਂ ਬਾਅਦ ਵੀ ਨਹੀਂ ਛੱਡਦੀ। ਹੁਣ ਇਹ ਵੱਖਰੀ ਗੱਲ ਆ ਵੀ ਉਹ ਮੌਰਗੇਜ ਕਿਹਨੂੰ ਗਿਣਦੇ ਆ। ਉਹ ਆਪ ਚੰਗੇ ਭਲੇ ਆ ਤੇ ਉਹਨਾਂ ਨੇ ਗਾਂਹ ਬਿਜ਼ਨਸ ਦੇ ਲਈ ਕੋਈ ਮੌਰਗੇਜ ਲਈ ਆ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਲੋਨ ਲਿਆ, ਪਰ ਉਹਨਾਂ ਦੇ ਸਿਰ ਹਜੇ ਵੀ ਕਰਜ਼ਾ ਦੱਸਿਆ ਜਾ ਰਿਹਾ ਹੈ, ਭਾਵੇਂ ਕਿ ਉਹ ਥੋੜ੍ਹਾ ਜਿਹੜਾ ਹੈਗਾ ਆ। ਇਸੇ ਤਰ੍ਹਾਂ ਹੀ ਜਿਹੜਾ ਡੈਟ ਲੋਡ ਆ, 40 ਸਾਲ ਤੋਂ ਉੱਪਰ ਵਾਲੇ ਲੋਕਾਂ ਦੇ ਉੱਤੇ ਸਭ ਤੋਂ ਜ਼ਿਆਦਾ ਕਰਜ਼ਾ ਆ। ਜਿਹਨੂੰ ਜਿਹੜੀ ਜੈਨ ਐਕਸਰਸ ਕਹਿੰਦੇ ਆ ਅਸੀਂ, ਜਾਂ ਓਲਡ ਮਿਲੇਨੀਅਲਸ ਕਿਹਾ ਜਾਂਦਾ ਇਹਨਾਂ ਨੂੰ, ਇਸ ਉਮਰ ਵਰਗ ਵਾਲਿਆਂ ਨੂੰ, ਇਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਇਹ ਹੈਗਾ। ਤੇ ਦੂਜਾ ਇਹਨਾਂ ਦੇ ਉੱਤੇ ਜਿਹੜਾ ਕਰਜ਼ਾ ਸਭ ਤੋਂ ਜ਼ਿਆਦਾ ਉਹ HELOC ਆ, ਜਿਹੜੀ ਇਕੁਇਟੀ ਲਾਈਨ ਆਫ ਕ੍ਰੈਡਿਟ ਆ, ਤੇ ਫਿਰ ਕ੍ਰੈਡਿਟ ਕਾਰਡ ਆ, ਤੇ ਫਿਰ ਇਹਨਾਂ ਦੇ ਉੱਤੇ ਕਾਰ ਦਾ ਕਰਜ਼ਾ ਆ ਜਿਹੜਾ ਇਹਨਾਂ ਨੇ ਦੇਣਾ ਆ। ਸੋ ਇਹ 4 ਤਰ੍ਹਾਂ ਦਾ ਕਰਜ਼ਾ ਇਹਨਾਂ ਦੇ ਉੱਤੇ। ਨੈਟ ਰਿਜ਼ਲਟ ਇਹ ਦੱਸਦਾ ਆ ਕਿ ਜਿਹੜੇ 40 ਸਾਲ ਤੋਂ ਉੱਪਰ ਵਾਲੇ ਨੇ, ਇਹ ਚਾਰੇ ਤਰ੍ਹਾਂ ਦਾ ਕਰਜ਼ਾ ਉਹਨਾਂ ਦੇ ਉੱਤੇ ਦੱਸਿਆ ਜਾ ਰਿਹਾ ਆ। ਐਵਰੇਜ ਲਗਭਗ 6.5 ਲੱਖ ਦੇ ਕਰੀਬ। ਜਿਹੜੇ 30 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਕੋਲ ਐਵਰੇਜ 6,44,000 ਦੇ ਕਰੀਬ ਕਰਜ਼ਾ ਦੱਸਿਆ ਜਾ ਰਿਹਾ ਹੈ। ਸੋ ਜਿੰਨਾ ਇਹ ਜ਼ਿਆਦਾ ਕਰਜ਼ਾ ਆ, ਉਨੀ ਜ਼ਿਆਦਾ ਇਹਦੇ ਨਾਲ ਜਿਹੜੀ ਦਿੱਕਤ ਵੀ ਲੋਕਾਂ ਨੂੰ ਹੁੰਦੀ ਆ। ਜਦੋਂ ਇਹ 50 ਟੱਪ ਜਾਂਦਾ, ਕਹਿੰਦੇ ਉਦੋਂ ਫਿਰ ਇਹ ਡਰੋਪ ਕਰ ਜਾਂਦਾ ਥੋੜ੍ਹਾ ਜਿਹਾ, ਮਤਲਬ ਕਰਜ਼ਾ ਘਟ ਜਾਂਦਾ। 60 ਤੋਂ ਉੱਪਰ ਵਾਲਿਆਂ ਦੇ ਵਿੱਚ ਉਹਦੇ ਤੋਂ ਘੱਟ ਕਰਜ਼ਾ ਦੱਸਿਆ ਜਾ ਰਿਹਾ। ਸੋ ਜਿਹੜਾ ਸੁਪਨਾ ਲੋਕ ਇਹ ਸੋਚਦੇ ਆ ਕਿ ਡੈਟ ਫਰੀ ਰਿਟਾਇਰਮੈਂਟ ਲਵਾਂਗੇ, ਉਹ ਬਹੁਤਾ ਜ਼ਿਆਦਾ ਲੋਕਾਂ ਦੇ ਲਈ ਹਜੇ ਸੌਖਾ ਨਹੀਂ ਲੱਗਦਾ। ਜਿਹੜੇ 20% ਲੋਕ 60 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਕੋਲੇ ਆਹ ਲਾਈਨ ਆਫ ਕ੍ਰੈਡਿਟ ਸਿਰ ਤੇ ਉਹਨਾਂ ਦੀ ਚੜ੍ਹੀ ਆ, ਜਿਹੜੀ ਇਕੁਇਟੀ ਲਾਈਨ ਆਫ ਕ੍ਰੈਡਿਟ ਆ। ਤੇ 15% ਲੋਕ 70 ਸਾਲ ਤੋਂ ਉੱਤੇ ਆ ਜਿਨ੍ਹਾਂ ਦੇ ਕੋਲ ਇਹ ਲਾਈਨ ਆਫ ਕ੍ਰੈਡਿਟ ਹਜੇ ਤੱਕ ਮਤਲਬ ਉਹਨਾਂ ਨੂੰ ਯੂਜ਼ ਕਰ ਰਹੇ, ਚੱਕੀ ਹੋਆ ਭਾਵ ਉਹਨਾਂ ਦੇ ਸਿਰ ਦੇ ਉੱਤੇ ਕਰਜ਼ਾ ਇਸ ਚੀਜ਼ ਦਾ ਹੈਗਾ ਆ। ਇਸੇ ਤਰ੍ਹਾਂ ਹੀ ਜਿਹੜਾ ਕ੍ਰੈਡਿਟ ਕਾਰਡ ਆ, ਉਹਦਾ ਇੱਕ ਆਪਣਾ ਜਿਹੜੀ ਉਹਦੀ ਮਤਲਬ ਕਿੰਨੇ ਲੋਕ ਨੇ ਜਿਹੜੇ ਉਹਦੇ ਕਰਜ਼ੇ ਦੇ ਥੱਲੇ ਰਹਿ ਰਹੇ ਆ, ਔਰ ਜਿਹਦਾ ਮਿਨੀਮਮ 13% ਤੋਂ ਲੈ ਕੇ ਤਾਂ 20% ਤੱਕ ਵੀ ਉਹਦੇ ਉੱਤੇ ਵਿਆਜ ਲੋਕਾਂ ਨੂੰ ਲੱਗਦਾ ਆ। ਪਰ ਫਿਰ ਵੀ ਜਿਹੜਾ ਲੋਕ ਨੇ ਇਹਦੇ ਥੱਲੇ ਰਹਿ ਰਹੇ ਨੇ। ਤੇ ਜਿਹੜੀ ਇੱਕ ਕਾਫੀ ਚਿੰਤਾ ਵਾਲੀ ਗੱਲ ਆ, ਜਿਹੜਾ ਸਭ ਤੋਂ ਕ੍ਰਸ਼ ਕਰਦਾ ਲੋਕਾਂ ਨੂੰ, ਉਹ ਕ੍ਰੈਡਿਟ ਕਾਰਡ ਦਾ ਕਰਜ਼ਾ ਆ, ਕਿਉਂਕਿ ਉਹਦੇ ਉੱਤੇ ਇੰਟਰਸਟ ਰੇਟ ਕਾਫੀ ਜ਼ਿਆਦਾ ਹੁੰਦਾ ਹੈ। 12% ਤੋਂ ਲੈ ਕੇ 20% ਤੱਕ ਉਹਦੇ ਉੱਤੇ ਵਿਆਜ ਲੱਗਦਾ ਹੈ। ਤਾਂ ਉਹ ਕਈ ਵਾਰੀ ਬਹੁਤ ਵੱਡੀ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ। ਔਰ ਲੋਕਾਂ ਕੋਲੇ ਵੱਡੇ ਕਾਰਡ ਤੇ ਉਹਨਾਂ ਦੇ ਉੱਤੇ ਜਿਹੜਾ $50,000 ਦਾ ਕ੍ਰੈਡਿਟ ਕਾਰਡ ਦੇ ਉੱਤੇ ਵੀ ਉਹਨਾਂ ਦੇ ਉੱਤੇ ਲੋਕਾਂ ਨੇ ਜਿਹੜਾ ਉਹ 20% ਪੇ ਕਰ ਰਿਹਾ। ਬਹੁਤ ਸਾਰੇ ਲੋਕ ਇਹੋ ਜਿਹੇ ਵੀ ਇਹਦੇ ਵਿੱਚ ਹੈਗੇ ਆ। ਸੋ ਕਰਜ਼ਾ ਤੇ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਕਰਜ਼ਾ ਲੋਕਾਂ ਦੇ ਸਿਰ, ਔਰ ਇੱਥੇ ਤੱਕ ਕਿ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਵੀ ਤੁਹਾਡੇ ਨਾਲ ਉਸੇ ਤਰ੍ਹਾਂ ਚੱਲ ਰਿਹਾ, ਇਹ ਲੋਕਾਂ ਦੀ ਕੋਈ ਬਹੁਤ ਹੀ ਵਧੀਆ ਆਰਥਿਕ ਹਾਲਤ ਬਾਰੇ ਸੂਚਨਾ ਨਹੀਂ ਦੇ ਰਿਹਾ। ਅਗਲੀ ਗੱਲ ਮੈਂ ਦੋਸਤੋ ਡਾਕਟਰਾਂ ਬਾਰੇ ਕਰਨੀ ਹੈ। ਡਾਕਟਰਾਂ ਦੀ ਕੈਨੇਡਾ ਦੇ ਵਿੱਚ ਘਾਟ ਆ, ਅਸੀਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ। ਪਰ ਕੈਨੇਡਾ ਦੇ ਵਿੱਚ ਜਿਹੜੇ ਲੋਕ
ਆਪਣੇ ਆਪਣੇ ਦੇਸ਼ ਦੇ ਵਿੱਚ ਡਾਕਟਰ ਹੁੰਦੇ ਸੀ, ਇੱਥੇ ਆ ਕੇ ਉਹ ਡਾਕਟਰ ਨਹੀਂ ਬਣੇ ਤੇ ਉਹ ਕਿਸੇ ਨਾ ਕਿਸੇ ਹੋਰ ਕੰਮ ਦੇ ਵਿੱਚ ਪਏ ਆ। ਇੱਕ ਵਿਅਕਤੀ ਨੇ ਆਪਣੀ ਕਹਾਣੀ ਸਾਂਝੀ ਕੀਤੀ ਆ, ਉਹ ਕਹਿੰਦੇ ਵੀ ਮੈਂ ਉੱਥੇ ਆਪਣੇ ਦੇਸ਼ ਦੇ ਵਿੱਚ ਸੀਰੀਆ ਦੇ ਵਿੱਚ ਡਾਕਟਰ ਸੀ ਤੇ ਮੈਂ ਹਰ ਤਰ੍ਹਾਂ ਦਾ ਉੱਥੇ ਕੰਮ ਕਰਦਾ ਸੀ, ਬੇਬੀ ਡਿਲੀਵਰ ਕਰਨੇ, BP ਮੈਜਰ ਕਰਨ ਤੋਂ ਲੈ ਕੇ ਐਂਡੋਸਕੋਪੀ ਕਰਨੀ, ਤੇ ਇਹ ਸਾਰਾ ਕੁਛ ਕੀਤਾ ਉਹਨੇ। ਉਹਦੇ ਤੋਂ ਬਾਅਦ ਉਹਦਾ ਤਜਰਬਾ ਵੀ ਸੀ ਇਸ ਮਾਮਲੇ ਦੇ ਵਿੱਚ, ਡਿਗਰੀ ਵੀ ਲਈ। ਤੇ ਜਦੋਂ ਉਹ ਇੱਥੇ ਆਏ ਤੇ ਇੱਥੇ ਆਉਣ ਤੋਂ ਬਾਅਦ ਡੋਲਰਾਮਾ ਦੇ ਉੱਤੇ ਕੈਸ਼ੀਅਰ ਆ। ਇਹਨੇ ਇਸ ਔਰਤ ਨੇ ਆਪਣਾ ਦੁੱਖ ਦੱਸਿਆ ਵੀ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ, ਉਹਦੇ ਤੋਂ ਬਾਅਦ ਮੈਂ ਇੱਥੇ ਮਤਲਬ ਕੰਮਕਾਰ ਸ਼ੁਰੂ ਕੀਤਾ ਕੈਨੇਡਾ ਦੇ ਵਿੱਚ। ਵੀ ਮੈਨੂੰ ਜਦੋਂ ਉਹ ਜੌਬ ਲੈਣ ਜਾਂਦੀ ਆ ਕੋਈ, ਉਹਨੂੰ ਲੋਕ ਰਿਜੈਕਟ ਕਰ ਦਿੰਦੇ ਆ। ਰਿਜੈਕਟ ਇਸ ਕਰਕੇ ਕਰ ਦਿੰਦੇ ਆ ਵੀ ਉਹ ਓਵਰ ਕੁਆਲੀਫਾਈਡ ਆ। ਉਹ ਕਹਿੰਦੇ ਮੈਂ ਵੇਟਰਸਸ ਦੀ ਜੌਬ ਲੈਣ ਗਈ, ਡੇ ਕੇਅਰ ਦੀ ਜੌਬ ਲੈਣ ਗਈ, ਉਹਨਾਂ ਨੇ ਮੈਨੂੰ ਨੌਕਰੀ ਨਹੀਂ ਦਿੱਤੀ, ਇਹ ਕਹਿ ਕੇ ਵੀ ਤੇਰੀ ਕੁਆਲੀਫਿਕੇਸ਼ਨ ਬਹੁਤ ਜ਼ਿਆਦਾ ਆ, ਵੀ ਤੂੰ ਫਿੱਟ ਨਹੀਂ ਆ। ਇੱਥੇ ਇਹ ਵੀ ਆ ਕਿ ਜਿੰਨੀ ਕੁ ਕੁਆਲੀਫਿਕੇਸ਼ਨ ਵਾਲਾ ਬੰਦਾ ਹੋਵੇ ਉਨੀ ਕੀ ਕੁਆਲੀਫਿਕੇਸ਼ਨ ਉਹਨੂੰ ਰੱਖਿਆ ਜਾਂਦਾ। ਜੇ ਉਹ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ, ਬਹੁਤ ਜਿਹੜੀ ਮਤਲਬ ਘੱਟ ਪੜ੍ਹਾਈ ਦੀ ਲੋੜ ਵਾਲੀ ਨੌਕਰੀ ਦੇ ਉੱਤੇ ਅਪਲਾਈ ਕਰਦਾ, ਉਹਨੂੰ ਕਈ ਵਾਰੀ ਇਹ ਕਹਿ ਕੇ ਨੌਕਰੀ 'ਤੇ ਨਹੀਂ ਰੱਖਦੇ ਕਿ ਤੇਰੀ ਕੁਆਲੀਫਿਕੇਸ਼ਨ ਸਾਡੇ ਹਿਸਾਬ ਨਾਲ ਜ਼ਿਆਦਾ ਹੈ। ਹੁਣ ਉਸੇ ਜ਼ਿਆਦਾ ਕੁਆਲੀਫਿਕੇਸ਼ਨ ਦਾ ਇਹਨੂੰ ਨੁਕਸਾਨ ਹੋ ਰਿਹਾ। ਤੇ ਡਾਕਟਰ ਉਹ ਹੈ ਤੇ ਡਾਕਟਰ ਉਹਨੂੰ ਮੰਨ ਨਹੀਂ ਰਹੇ ਕਿਉਂਕਿ ਉਹਨੇ ਕੈਨੇਡਾ 'ਚ ਡਾਕਟਰੀ ਨਹੀਂ ਕੀਤੀ। ਤੇ ਅਲਟੀਮੇਟਲੀ ਡਾਲਰ ਸਟੋਰ ਦੇ ਉੱਤੇ ਉਹ ਕੈਸ਼ੀਅਰ ਦੀ ਜੌਬ ਕਰ ਰਹੀ ਆ। ਫਾਰਮੇਸੀ ਅਸਿਸਟੈਂਸ ਦਾ ਵੀ ਕੀਤਾ ਉਹਨੇ, ਹਾਲਾਂਕਿ ਉਹਦਾ ਪੂਰਾ ਨਾਂ ਨਹੀਂ ਇਸ ਨਿਊਜ਼ ਗਰੁੱਪ ਨੇ ਦੱਸਿਆ। ਤੇ ਹੁਣ ਇਸ ਸਾਰੇ ਕੁਛ ਦੇ ਵਿੱਚ ਮਤਲਬ ਇਹ ਆਮ ਗੱਲ ਹੈ। ਇਹ ਤਾਂ ਇੱਕ ਔਰਤ ਦੀ ਗੱਲ ਦੱਸੀ ਹੈ ਕਿ ਜਿਹੜੀ ਡਾਕਟਰ ਹੋ ਕੇ ਡੋਲਰਾਮਾ ਦੇ ਉੱਤੇ ਕੈਸ਼ੀਅਰ ਲੱਗੀ ਆ। ਜਿਹੜੇ ਫੋਰਨ ਬੋਰਨ ਡਾਕਟਰਸ ਨੇ ਲਗਭਗ ਉਹਨਾਂ ਦੀ ਬਹੁਤਿਆਂ ਦੀ ਇਹ ਕਹਾਣੀ ਇੱਥੇ ਇਹ ਹੈ ਕਿ ਉਹ ਹੈਲਥ ਕੇਅਰ ਸਿਸਟਮ ਦੇ ਵਿੱਚ ਫਿੱਟ ਨਹੀਂ ਹੋ ਰਿਹਾ। 2015 ਤੋਂ ਲੈ ਕੇ 3600 ਫਿਜ਼ੀਸ਼ੀਅਨ ਇੱਥੇ ਪਰਮਾਨੈਂਟ ਰੈਜ਼ੀਡੈਂਟ ਬਣੇ ਆ ਕੈਨੇਡਾ ਦੇ। 3600 ਜਿਹੜੀ ਇਮੀਗ੍ਰੇਸ਼ਨ ਕੈਨੇਡਾ ਆ ਉਹਦੇ ਅੰਕੜਿਆਂ ਦੇ ਅਨੁਸਾਰ। ਪਰ ਜਿਹੜੇ 1/3 ਆਏ ਦੇ ਉਹ ਹੈਲਥ ਕੇਅਰ ਜਿਹੜੇ ਫੀਲਡ ਦੇ ਵਿੱਚ ਗਏ ਆ। ਬਾਕੀ ਸਾਰੇ ਕੋਈ ਟਰੱਕ ਚਲਾ ਰਿਹਾ ਤੇ ਕੋਈ ਡੋਲਰਾਮਾ ਦੇ ਉੱਤੇ ਕੈਸ਼ੀਅਰ ਲੱਗਾ ਹੈ ਜਾਂ ਹੋਰ ਇਸ ਤਰੀਕੇ ਦੀਆਂ ਨੌਕਰੀਆਂ ਬਾਕੀ ਕਰ ਰਹੇ ਆ। ਜਿਹੜੇ ਸਟੈਟਿਸਟਿਕਸ ਕੈਨੇਡਾ ਆ ਇਹਦੇ ਅਨੁਸਾਰ ਜਿਹੜੇ ਅਡਲਟ ਹੈਲਥ ਰਿਲੇਟਡ ਐਜੂਕੇਸ਼ਨ ਆ ਉਹ ਇੱਥੇ ਆਪਣੇ ਫੀਲਡ ਦੇ ਵਿੱਚ ਕੰਮ ਨਹੀਂ ਕਰ ਰਹੀ। ਜਿਹੜੇ ਫੋਰਨ ਐਜੂਕੇਟਡ ਇਮੀਗ੍ਰੈਂਟਸ ਨੇ ਉਹ ਇਹਦੇ ਵਿੱਚ ਉਹਨਾਂ ਦਾ ਨੰਬਰ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ। ਔਰ ਫੈਕਟਰ ਬਹੁਤ ਸਾਰੇ ਨੇ ਜਿਹੜੇ ਉਹਦੇ ਵਿੱਚ ਜਿਹੜੇ ਫੋਰਨ ਬੋਰਨ ਡਾਕਟਰ ਨੇ ਉਹ ਇੱਥੇ ਆ ਕੇ ਜਿਹੜਾ ਮੈਡੀਕਲ ਲਾਇਸੈਂਸਿੰਗ ਦਾ ਪ੍ਰੋਸੈਸ ਆ ਇੱਥੇ ਆ ਕੇ ਉਹਨਾਂ ਨੇ ਡਾਕਟਰ ਬਣਨਾ ਆ, ਉਹ ਮਤਲਬ ਉਸ ਰਾਹ ਹੀ ਬਹੁਤ ਔਖਾ ਆ ਕਿ ਲੋਕ ਉਹਨੂੰ ਪਾਸ ਹੀ ਨਹੀਂ ਕਰਦੇ। ਤੇ ਜਿਹਦੇ ਕਰਕੇ ਸਮੱਸਿਆ ਇਸ ਵੇਲੇ ਇੱਥੇ ਆ ਰਹੀ ਆ। ਮਤਲਬ ਕਈ ਸਾਲ ਲੰਬਾ ਇਹ ਪ੍ਰੋਸੈਸ ਆ, ਉਹਦੇ 'ਚ ਕਈ ਅੜਚਣਾਂ ਆ। ਮਤਲਬ ਇੱਕ ਸਟੈਪ ਫਿਰ ਦੂਜਾ ਸਟੈਪ ਫਿਰ ਤੀਜਾ ਸਟੈਪ, ਤੇ ਸਾਲਾਂ ਦੇ ਸਾਲ ਲੰਘ ਜਾਂਦੇ ਆ ਤੇ ਉਹ ਇੱਥੇ ਡਾਕਟਰ ਨਹੀਂ ਬਣਦੇ। ontario ਦੇ ਵਿੱਚ ਕੁਛ ਲੋਕਾਂ ਨੇ ਕਿਹਾ ਸੀ ਵੀ ਇਹਦਾ ਕੁਛ ਨਾ ਕੁਛ ਕਰੋ, ਇਹਦਾ ਸੋਲੂਸ਼ਨ ਕਰੋ ਕਿ ਜਿਹੜਾ ਪ੍ਰੈਕਟਿਸ ਰੈਡੀ ਅਸੈਸਮੈਂਟ ਆ ਉਹ ਕੀਤੀ ਜਾਵੇ ਉੱਥੇ, ਤਾਂ ਕਿ ਇਹ ਲੋਕ ਜਿਹੜੇ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੇ ਉਹ ਇੱਥੇ ਆ ਜਾਣ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ontario ਨੇ ਅਨਾਊਂਸ ਕੀਤਾ ਸੀ ਕਿ ਜਿਹੜੇ ਪ੍ਰੈਕਟਿਸ ਰੈਡੀ ਅਸੈਸਮੈਂਟ ਆ ਉਹ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਤੇ ਫਾਸਟ ਟਰੈਕ ਜਿਹੜੇ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਨੇ ਉਹਨਾਂ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਇੱਦਾਂ ਦਾ ਤਰੀਕਾ ਬਣਾਇਆ ਜਾਵੇ ਕਿ ਜਲਦੀ ਉਹ ਇੱਥੇ ਆ ਕੇ ਇਹ ਸਾਰੇ ਕੁਛ ਦੇ ਵਿੱਚ ਸ਼ਾਮਲ ਹੋ ਜਾਣ। ਜਿਹੜੇ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਆ ਇਹ ਟਰਮ ਉਹਨਾਂ ਲਈ ਵਰਤੀ ਜਾਂਦੀ ਹੈ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਜਿਨ੍ਹਾਂ ਨੇ ਆਪਣੀ ਐਜੂਕੇਸ਼ਨ ਸਾਰਾ ਕੁਛ ਕੈਨੇਡਾ ਤੋਂ ਬਾਹਰ ਕੰਪਲੀਟ ਕਰ ਲਿਆ ਆ ਤੇ ਮਤਲਬ ਉਹਨਾਂ ਦਾ ਬਰਥ ਵੀ ਜਿਹੜਾ ਕੈਨੇਡਾ ਤੋਂ ਬਾਹਰ ਹੀ ਕੁਦਰਤੀ ਤੌਰ 'ਤੇ ਬਹੁਤਿਆਂ ਦਾ ਹੋਇਆ ਸੀ। ਤੇ ਹੁਣ ਇਹਦੇ ਨਾਲ ਉਹ ਕਹਿੰਦੇ ਜੇ ਪ੍ਰੋਗਰਾਮ ਅਸੀਂ ਫਾਸਟ ਕਰ ਦਿੱਤਾ ਤਾਂ ontario ਦੇ ਵਿੱਚ ਅਗਲੇ ਸਾਲ ਤੱਕ 50 ਨਵੇਂ ਫਿਜ਼ੀਸ਼ੀਅਨ ਇਹਨਾਂ ਨੂੰ ਹੋਰ ਮਿਲ ਜਾਣਗੇ। ਮਤਲਬ ਜਿਹੜੇ ਇਸ ਫੀਲਡ ਦੇ ਵਿੱਚ ਆ ਜਾਣਗੇ। ਜਿਹੜੀ ਪ੍ਰੈਕਟਿਸ ਰੈਡੀ ਅਸੈਸਮੈਂਟ ਆ ਉਹ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਟ੍ਰੇਨਡ ਡਾਕਟਰ ਨੇ ਉਹਨਾਂ ਨੂੰ ਅਲਾਓ ਕਰਦੀ ਆ ਕਿ ਕਲੀਨਿਕਲ ਫੀਲਡ ਅਸੈਸਮੈਂਟ ਇੱਕ 12 ਹਫ਼ਤਿਆਂ ਦੇ ਵਿੱਚ ਤੇ ਇੱਕ ਵਾਰੀ ਪ੍ਰੋਵਿੰਸ ਨੇ ਪ੍ਰੋਗਰਾਮ ਲਾਂਚ ਕਰ ਦਿੱਤਾ। ਫਿਰ ਕਾਲਜ ਆਫ ਫਿਜ਼ੀਸ਼ੀਅਨ ਜਾਂ ਸਰਜਨ ਆਫ ontario ਆ ਜਿਹੜੀ ਰੈਗੂਲੇਟਰੀ ਬਾਡੀ ਆ ਉਹ ਡਿਟਰਮਨ ਕਰੂਗੀ ਕਿ ਇੰਟਰਨੈਸ਼ਨਲ ਟ੍ਰੇਨਡ ਫਿਜ਼ੀਸ਼ੀਅਨ ਦੀ ਸਕਿੱਲ ਇਸ ਕੰਮ ਦੇ ਵਿੱਚ ਹੈਗੀ ਆ ਜਾਂ ਉਸ ਜੂਰਿਸਡਿਕਸ਼ਨ ਦੇ ਵਿੱਚ ਇਹਨਾਂ ਦੀ ਕਿੰਨੀ ਲੋੜ ਆ, ਤੇ ਫਿਰ ਤੇਜ਼ ਕੀਤਾ ਜਾਊਗਾ ਉਸ ਸਾਰੇ ਕੰਮਕਾਰ ਨੂੰ।
ਅੜਚਣਾ ਕਈ ਆ। ਇੱਕ ਤਾਂ ਹੁੰਦਾ ਕਿ ਇਹਨਾਂ ਨੇ ਟੈਸਟ ਪਾਸ ਕਰਨਾ ਹੁੰਦਾ ਕਿ ਡਾਕਟਰ ਤੁਸੀਂ ਆਪਣੇ ਦੇਸ਼ ਦੇ ਵਿੱਚ ਸੀ, ਇੱਥੇ ਦੇ ਹਿਸਾਬ ਨਾਲ ਡਾਕਟਰ ਹੈਗੇ ਕਿ ਨਹੀਂ ਹੈਗੇ, ਤੁਸੀਂ ਟੈਸਟ ਪਾਸ ਕਰੋ। ਇਹ ਟੈਸਟ ਪਾਸ ਕਰ ਲੈਂਦੇ ਆ, ਪਰ ਟੈਸਟ ਪਾਸ ਕਰਨ ਤੋਂ ਬਾਅਦ ਕੁਝ ਸ਼ਰਤਾਂ ਹੋਰ ਹੁੰਦੀਆਂ ਕਿ ਇੰਨਾ ਚਿਰ ਇਹਨਾਂ ਨੇ ਇੱਥੇ ਪ੍ਰੈਕਟਿਸ ਕੀਤੀ ਹੋਵੇ ਜਾਂ ਜਿਹੜੀ ਰੈਜ਼ੀਡੈਂਸੀ ਆ ਉਸ ਮਾਮਲੇ ਦੇ ਵਿੱਚ ਉੱਥੇ ਸੀਟਾਂ ਹੈ ਨਹੀਂ ਸਾਡੇ ਕੋਲ, ਜਿਹੜੀ ਕਿ ਇੱਕ ਸਮੱਸਿਆ ਬਣਦੀ ਆ। ਅੰਟੈਰੀਓ ਹੁਣ ਇਸ ਮਾਮਲੇ ਦੇ ਵਿੱਚ ਥੋੜ੍ਹੀ ਜਿਹੀ ਲੀਡ ਲੈ ਰਿਹਾ ਕਿ ਫਾਸਟ ਟਰੈਕ ਲਾਇਸੈਂਸਿੰਗ ਦੇ ਰਹੇ ਆ ਉਹ, ਕਿ ਜਿਹੜੀ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਆ IMGs ਇਹਨਾਂ ਨੂੰ ਕਹਿੰਦੇ ਆ, ਇੱਥੇ ਇਹਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ। ਇਸੇ ਤਰ੍ਹਾਂ ਅਲਬਰਟਾ ਆ, ਇਹਨਾਂ ਨੇ ਅਪਰੂਵ ਕੀਤੀ ਇੱਕ 5 ਸਾਲਾ ਪਾਇਲਟ ਪ੍ਰੋਜੈਕਟ ਪਿਛਲੇ ਫਾਲ ਦੇ ਵਿੱਚ ਇਹਨਾਂ ਨੇ ਅਪਰੂਵ ਕੀਤਾ ਸੀ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਦੇ ਲਈ, ਜਿਹੜੇ ਖਾਸ ਕਰ ਆਸਟ੍ਰੇਲੀਆ, ਆਇਰਲੈਂਡ, ਅਮਰੀਕਾ ਜਾਂ UK ਦੇ ਵਿੱਚ ਟ੍ਰੇਨਡ ਹੋਏ ਆ। ਇਹਨਾਂ ਦੇਸ਼ਾਂ ਦੇ ਟ੍ਰੇਨਡ ਡਾਕਟਰ ਨੂੰ ਵਿੱਚ ਲਿਆ ਕੇ ਕੁਛ ਨਾ ਕੁਛ ਕਰ ਲਿਆ ਜਾਵੇ ਤੇ ਉਹ ਜਲਦੀ ਇੱਥੇ ਡਾਕਟਰ ਬਣ ਸਕਣ। ਹੁਣ ਕੈਨੇਡੀਅਨ ਸਫਰ ਕਰ ਰਿਹਾ ਹੈ ਸਾਰੇ ਕੁਛ ਦੇ ਵਿੱਚ, ਜਿੱਥੇ ਇਸ ਵੇਲੇ ਡਾਕਟਰ ਹੈ ਨਹੀਂ ਗੇ, ਸਾਰੇ ਤੋਂ ਵੱਡਾ ਅਸਰ ਇਹਨਾਂ ਦੇ ਉੱਤੇ ਪੈ ਰਿਹਾ, ਕੈਨੇਡੀਅਨਸ ਦੇ ਉੱਤੇ। ਤੇ ਦੂਜੇ ਪਾਸੇ ਡਾਕਟਰ ਬਾਹਰੋਂ ਆਏ ਨੇ, ਉਹਨਾਂ ਨੂੰ ਕੁਛ ਨਾ ਕੁਛ ਫਾਸਟ ਟਰੈਕ ਕਰਕੇ ਇੱਥੇ ਲਾਉਣ ਦੀ ਲੋੜ ਆ। ਜਿਸ ਤਰੀਕੇ ਨਾਲ ਅਲਬਰਟਾ, ਅੰਟੈਰੀਓ ਜਾਂ ਦੂਜੇ ਸੂਬੇ ਇਸ ਪਾਸੇ ਹੁਣ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਆ, ਤਾਂ ਕੁਦਰਤੀ ਤੌਰ 'ਤੇ ਇਹਦੇ ਵਿੱਚ ਦੋਵਾਂ ਧਿਰਾਂ ਦਾ ਫਾਇਦਾ ਹੈ। ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟਸ ਨੇ, ਇਹਨਾਂ ਨੂੰ ਘੱਟੋ ਘੱਟ ਆਪਣੇ ਫੀਲਡ ਦੇ ਵਿੱਚ ਨੌਕਰੀ ਮਿਲ ਜਾਊਗੀ, ਤੇ ਜਿਹੜੇ ਇੱਥੇ ਦੇ ਲੋਕ ਨੇ ਜਿਹੜੇ ਕਿ ਫੈਮਿਲੀ ਡਾਕਟਰਸ ਦੇ ਲਈ ਤਰਸ ਰਹੇ ਆ, ਫੈਮਿਲੀ ਫਿਜ਼ੀਸ਼ੀਅਨਸ ਦੇ ਲਈ ਤਰਸ ਰਹੇ ਆ, ਉਹਨਾਂ ਨੂੰ ਫੈਮਿਲੀ ਫਿਜ਼ੀਸ਼ੀਅਨ ਮਿਲ ਜਾਣਗੇ। ਇੱਕ ਵੱਡੀ ਸਮੱਸਿਆ ਦੋਵਾਂ ਧਿਰਾਂ ਦੀ ਹੱਲ ਹੋਣ ਦੀ ਆਸ ਇਸ ਚੀਜ਼ ਦੇ ਨਾਲ ਹੈਗੀ ਆ। ਨਹੀਂ ਤਾਂ ਇਹ ਬਹੁਤ ਇੱਕ ਉਹਨਾਂ ਲੋਕਾਂ ਦੇ ਲਈ ਵੀ ਦੁੱਖ ਵਾਲੀ ਤੇ ਬੜੀ ਫਰਸਟ੍ਰੇਟਿੰਗ ਗੱਲ ਹੁੰਦੀ ਆ ਕਿ ਬੰਦਾ ਡਾਕਟਰ ਹੋਵੇ ਤੇ ਇੱਥੇ ਆ ਕੇ ਉਹ ਡਾਲਰਾਮਾਂ ਦੇ ਉੱਤੇ ਕੰਮ ਕਰੇ ਜਾਂ ਕੋਈ ਟਰੱਕ ਚਲਾਵੇ। ਨੌਕਰੀ ਕੋਈ ਵੀ ਮਾੜੀ ਨਹੀਂ, ਪਰ ਜੇ ਇਸ ਫੀਲਡ ਦਾ ਕੋਈ ਬੰਦਾ ਕੁਆਲੀਫਾਈਡ ਹੈਗਾ, ਜੇ ਉਹ ਉਸ ਫੀਲਡ ਦੇ ਵਿੱਚ ਹੀ ਕੰਮ ਕਰਦਾ, ਤਾਂ ਇਹ ਜ਼ਿਆਦਾ ਚੰਗੀ ਗੱਲ ਮੰਨੀ ਜਾਂਦੀ ਹੈ। ਅਗਲੀ ਗੱਲਬਾਤ ਦੋਸਤੋ, ਕੈਨੇਡਾ ਦੇ ਵਿੱਚ ਬਾਹਰ ਦੀ ਦਖਲਅੰਦਾਜ਼ੀ ਬਾਰੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਉੱਤੇ ਇਸ ਵੇਲੇ ਕਾਫੀ ਜ਼ਿਆਦਾ ਪ੍ਰੈਸ਼ਰ ਆ, ਕ੍ਰਾਸ ਪਾਰਟੀਸ਼ਨ ਪ੍ਰੈਸ਼ਰ ਵੀ ਉਹਨਾਂ ਦੇ ਉੱਤੇ ਇਸ ਵੇਲੇ ਹੈਗਾ ਕਿ ਜਿਹੜੀ ਕੈਨੇਡੀਅਨ ਰਾਜਨੀਤੀ ਦੇ ਵਿੱਚ ਬਾਹਰੀ ਦੇਸ਼ਾਂ ਦਾ ਦਖਲ ਆ, ਉਹਦੇ ਬਾਰੇ ਇਨਕੁਆਇਰੀ ਕਰਾਓ, ਕਿ ਕੋਈ ਨਾ ਕੋਈ ਪਬਲਿਕ ਇਨਕੁਆਇਰੀ ਇਹਦੇ ਬਾਰੇ ਕਰਾਈ ਜਾਵੇ। ਤੇ ਇਹ ਗੱਲ ਜਿਹੜੇ ਲਿਬਰਲ ਪੋਲੀਟੀਕਲ ਅਪੋਨੈਂਟਸ ਨੇ ਉਹ ਮੰਗ ਕਰ ਰਹੇ, ਲਿਬਰਲ ਪਾਰਟੀ ਦੇ ਜਿਹੜੇ ਵਿਰੋਧੀ ਨੇ ਉਹ ਵੀ ਮੰਗ ਕਰ ਰਹੇ ਆ। ਕੁਛ ਸਾਬਕਾ ਸੀਨੀਅਰ ਨੈਸ਼ਨਲ ਸਿਕਿਉਰਿਟੀ ਅਫੀਸ਼ੀਅਲਸ ਵੀ ਇਹਦੇ ਵਿੱਚ ਸ਼ਾਮਲ ਹੋ ਗਏ ਆ, ਤੇ ਹੁਣ ਉਹ ਮੰਗ ਕਰ ਰਹੇ ਵੀ ਕੁਛ ਨਾ ਕੁਛ ਕੀਤਾ ਜਾਵੇ, ਇਹਦੀ ਜਾਂਚ ਪੜਤਾਲ ਕਰਾਈ ਜਾਵੇ ਕਿ ਗੱਲਬਾਤ ਕਿੰਨੀ ਕੁ ਸਹੀ ਹੈ। ਕੁਝ ਅਖਬਾਰਾਂ ਨੇ ਅੰਕੜੇ ਜਾਰੀ ਕੀਤੇ ਸੀ ਕਿ ਚੀਨ ਕੈਨੇਡਾ ਦੀਆਂ ਵੋਟਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰਦਾ। ਸਿੱਧੀ ਦਖਲਅੰਦਾਜ਼ੀ ਦਾ ਮਤਲਬ ਕੀ ਆ ਕਿ ਕੁਛ ਕੈਂਡੀਡੇਟਸ ਨੂੰ ਇਹ ਜਿਤਾਉਂਦਾ ਆ ਤੇ ਕੁਛ ਨੂੰ ਹਰਾਉਂਦਾ ਆ, ਪੈਸੇ ਲਾਉਂਦਾ ਆ, ਲੋਕਾਂ ਦੇ ਉੱਤੇ ਉਹਨਾਂ ਦੀ ਮਦਦ ਕਰਦਾ ਆ। ਮੁੱਖ ਤੌਰ ਦੇ ਉੱਤੇ ਦੋਸ਼ ਇਹ ਲੱਗਦਾ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਆ ਉਹਨਾਂ ਨੂੰ ਚੀਨ ਹਰਾਉਣ ਦਾ ਕੰਮ ਕਰਦਾ ਹੈ ਤੇ ਲਿਬਰਲ ਪਾਰਟੀ ਵਾਲਿਆਂ ਦੀ ਮਦਦ ਕਰਦਾ ਆ। ਰਿਚਮੰਡ ਸਟੀਵਸਟਨ ਦੇ ਵਿੱਚ ਜਿੱਥੇ ਪਰਮ ਬੈਂਸ ਮੈਂਬਰ ਪਾਰਲੀਮੈਂਟ ਬਣੇ ਆ ਲਿਬਰਲ ਪਾਰਟੀ ਵੱਲੋਂ ਪਹਿਲੀ ਵਾਰੀ ਆਪਣੇ ਪੰਜਾਬੀ ਨੌਜਵਾਨ, ਉਸ ਰਾਈਡਿੰਗ ਦੇ ਉੱਤੇ ਵੀ ਇਲਜ਼ਾਮ ਲੱਗਾ ਆ। ਜਿਹੜੇ ਉਹਨਾਂ ਦੇ ਵਿਰੋਧੀ ਨੇ, ਉਹਨਾਂ ਨੇ ਜਿਹੜੇ ਮਿਸਿਸ ਸ਼ਾਓ ਨੇ, ਉਹਨਾਂ ਨੇ ਇਹ ਕਿਹਾ ਸੀ ਕਿ ਕਿਉਂਕਿ ਉਹ ਹਾਂਗਕਾਂਗ ਤੋਂ ਨੇ ਤੇ ਚੀਨ ਉਹਨਾਂ ਨੂੰ ਹਰਾਉਣਾ ਚਾਹੁੰਦਾ ਆ, ਤੇ ਉਹਨਾਂ ਨੂੰ ਹਰਾਉਣ ਦੇ ਲਈ ਉਹਨਾਂ ਨੇ ਜਿਹੜੀ ਲਿਬਰਲ ਪਾਰਟੀ ਆ ਉਹਦੇ ਉਮੀਦਵਾਰ ਦੀ ਮਦਦ ਕੀਤੀ ਆ। ਹੁਣ ਇਹਦੇ ਬਾਰੇ ਸਬੂਤ ਹਜੇ ਤੱਕ ਕੋਈ ਨਹੀਂ ਆ ਕਿ ਕੀ ਚੀਨ ਸਿੱਧੀ ਮਦਦ, ਪਰ ਕਿਉਂਕਿ ਮੁੱਦਾ ਚੱਕ ਰਹੇ ਆ, ਮੁੱਦਾ ਬਾਰ-ਬਾਰ ਉੱਠ ਰਿਹਾ, ਫਿਰ ਇੱਥੇ ਇਹ ਵੀ ਗੱਲਬਾਤ ਸਾਹਮਣੇ ਆਈ ਸੀ ਚੀਨ ਦੀ ਇੰਟਰਫੀਰੈਂਸ ਦੀ, ਕਿ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਵੀ ਇਵਨ ਗੱਲਬਾਤ ਦੱਸਦੇ ਆ, ਜਾਂ ਸ਼ਾਇਦ ਪੂਰੀ ਦੁਨੀਆ ਦੇ ਵਿੱਚ ਹੀ ਇਹ ਗੱਲਬਾਤ ਚੱਲ ਰਹੀ ਆ ਕਿ ਚੀਨ ਨੇ ਸਿੱਧੇ ਆਪਣੇ ਪੁਲਿਸ ਸਟੇਸ਼ਨ ਬਣਾਏ ਆ ਇੱਥੇ ਬਰਨਵੀ ਦੇ ਵਿੱਚ ਤੇ ਉਧਰ ਅੰਟੈਰੀਓ ਦੇ ਵਿੱਚ, ਟੋਰਾਂਟੋ ਦੇ ਵਿੱਚ। ਦੱਸਦੇ ਆ ਕਿ ਪੁਲਿਸ ਸਟੇਸ਼ਨ ਨੇ ਜਿਨ੍ਹਾਂ ਨੂੰ ਚੀਨ ਦੀ ਸਰਕਾਰ ਸਿੱਧੇ ਤੌਰ 'ਤੇ ਚਲਾ ਰਹੀ ਆ, ਜਾਂ ਇੱਦਾਂ ਕਹਿ ਲਓ ਕਿ ਜਿਹੜੇ ਚੀਨੀ ਮੂਲ ਦੇ ਲੋਕ ਇੱਥੇ ਕੈਨੇਡਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਆਪਣੇ ਹਿਸਾਬ ਨਾਲ ਚਲਾ ਰਹੇ ਆ। ਇਹ ਇੱਕ ਪੈਰਲਰ ਗਵਰਨਮੈਂਟ ਚੱਲ ਰਹੀ ਹੈ ਕੈਨੇਡਾ ਦੇ ਵਿੱਚ। ਇਹਦੀ ਜਾਂਚ ਹੋਣੀ ਚਾਹੀਦੀ ਆ ਘੱਟੋ ਘੱਟ। ਇਹਦੇ ਬਾਰੇ ਜਿਹੜਾ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ, ਸੀਸਸ ਆ ਜਾਂ ਹੋਰ ਨੇ, ਉਹਨਾਂ ਦੇ ਕਈ ਸਾਬਕਾ ਅਧਿਕਾਰੀਆਂ ਨੇ ਵੀ ਇਹ ਗੱਲਬਾਤ ਕਹਿਣੀ ਸ਼ੁਰੂ ਕਰ ਦਿੱਤੀ ਆ ਕਿ ਇਹਦਾ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਔਰ ਬਾਰ-ਬਾਰ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਜਿਸ ਤਰੀਕੇ ਦੇ ਨਾਲ ਚੀਨ ਦੀ ਸਰਕਾਰ ਇੱਧਰਲੇ ਪਾਸੇ ਦਖਲ ਦੇ ਰਹੀ ਆ ਜਾਂ ਕੈਨੇਡੀਅਨ ਇਲੈਕਸ਼ਨ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਇਹ ਖਤਰਨਾਕ ਹੋ ਸਕਦੀ ਹੈ।
ਹਾਲਾਂਕਿ ਸਰਕਾਰ ਨੇ ਪਹਿਲਾਂ ਵੀ ਕਿਹਾ कि चीन ਜਿਹੜਾ ਕੈਨੇਡਾ ਦਾ ਇਹ ਇਲੈਕਟਰਲ ਸਿਸਟਮ ਆ ਇੰਨਾ ਮਾੜਾ ਜਾਂ ਇੰਨਾ ਕਮਜ਼ੋਰ ਨਹੀਂ ਕਿ ਕੋਈ ਵੀ ਕਿਸੇ ਤਰੀਕੇ ਦੇ ਨਾਲ ਇਹਦੇ ਉੱਤੇ ਆਪਣੇ ਹਿਸਾਬ ਨਾਲ ਦਖਲਅੰਦਾਜ਼ੀ ਕਰਨਾ ਸ਼ੁਰੂ ਕਰ ਦੇਵੇ। ਪਰ ਦੱਸਦੇ ਆ ਕਿ 2021 ਦੀਆਂ ਵੋਟਾਂ ਦੇ ਵਿੱਚ ਇਹਨਾਂ ਨੇ ਚੀਨ ਨੇ ਦਖਲਅੰਦਾਜ਼ੀ ਕੀਤੀ ਆ, ਕੰਜ਼ਰਵੇਟਿਵ ਉਮੀਦਵਾਰਾਂ ਨੂੰ ਟਾਰਗੇਟ ਕੀਤਾ ਆ ਤੇ ਜਿਹਦੇ ਨਤੀਜੇ ਵਜੋਂ ਲਿਬਰਲ ਮਾਈਨੋਰਿਟੀ ਗਵਰਨਮੈਂਟ ਬਣ ਗਈ ਆ। ਦੱਸਿਆ ਗਿਆ ਸੀ ਜਿਹੜੇ ਅਫੀਸ਼ੀਅਲਸ ਨੇ ਕਿ 13 ਰਾਈਡਿੰਗ ਆਇਡੈਂਟੀਫਾਈ ਕੀਤੀਆਂ ਸੀ ਜਿੱਥੇ ਫੋਰਨ ਇੰਟਰਫੀਅਰੈਂਸ ਇਲੈਕਸ਼ਨ ਦੇ ਵਿੱਚ ਹੋਈ ਦੱਸੀ ਜਾ ਰਹੀ ਹੈ। ਹੁਣ ਕਿੰਨੀ ਕਿਹਨਾਂ ਦੀ ਦਖਲਅੰਦਾਜ਼ੀ ਹੈਗੀ ਆ, ਕੀ ਹੈਗੀ ਆ, ਤੈਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਆ, ਗੱਲਾਂ ਬਾਤਾਂ ਹੌਲੀ ਹੌਲੀ ਅੱਗੇ ਚੱਲ ਰਹੀਆਂ। ਚੀਨ ਇੱਕ ਵੱਡੀ ਸਮੱਸਿਆ ਦੁਨੀਆ ਦੇ ਲਈ ਬਣਦਾ ਜਾ ਰਿਹਾ ਹੈ। ਉਹਨਾਂ ਦਾ ਨੈਟਵਰਕ ਹੀ ਇੰਨਾ ਜ਼ਬਰਦਸਤ ਆ ਕਿ ਕਿਸੇ ਥਾਂ ਦੇ ਉੱਤੋਂ ਵੀ ਉਹ ਕੋਈ ਜਾਣਕਾਰੀ ਲੈ ਸਕਦੇ ਆ। ਜਿਹੜੀ ਟਿਕਟੌਕ ਸਭ ਤੋਂ ਪੋਪੂਲਰ ਐਪ, ਦੁਨੀਆ ਦੀ ਸਭ ਤੋਂ ਵੱਧ ਡਾਊਨਲੋਡ ਅੱਜ ਤੱਕ ਕੀਤੀ ਗਈ ਐਪ ਟਿਕਟੌਕ ਆ। ਟਿਕਟੌਕ ਨੂੰ ਅਮਰੀਕਾ ਨੇ ਪਹਿਲਾਂ ਇੰਡੀਆ ਨੇ ਬੰਦ ਕਰ ਦਿੱਤਾ, ਅਮਰੀਕਾ ਨੇ ਹੁਣ ਉਹਨੂੰ ਬੰਦ ਕਰ ਦਿੱਤਾ। ਜਿਹੜੇ ਆਪਣੇ ਸਰਕਾਰੀ ਡਿਵਾਈਸਿਸ ਨੇ, ਬੱਚਿਆਂ ਦੇ ਫੋਨ ਜਿਹੜੇ ਸਕੂਲ ਦਿੰਦਾ ਆ ਜਾਂ ਉਹਨਾਂ ਦੇ ਆਈਪੈਡ ਜਾਂ ਕੁਛ ਜਿਹੜੇ ਵੀ ਡਿਵਾਈਸਿਸ ਹੈਗੇ ਨੇ ਉਹਨਾਂ ਤੋਂ ਬੈਨ ਕਰ ਦਿੱਤਾ। ਤੇ ਕੈਨੇਡਾ ਹੁਣ ਉਹਦੇ ਬਾਰੇ ਸੋਚ ਰਿਹਾ ਵੀ ਅਸੀਂ ਇਹਨੂੰ ਬੈਨ ਕਰ ਦਈਏ ਤੇ ਹੋ ਸਕਦਾ ਇਹਨੂੰ ਪੱਕੀ ਬੈਨ ਕਰ ਦੇਣ। ਇੰਨਾ ਕੁ ਜ਼ਿਆਦਾ ਉਹਨਾਂ ਦਾ ਇੱਧਰਲੇ ਪਾਸੇ ਦਖਲਅੰਦਾਜ਼ੀ ਆ। ਕਦੇ ਇਹ ਰੌਲਾ ਪੈਂਦਾ ਕਿ ਉਹਨਾਂ ਦੇ ਬਲੂਨ ਇੱਧਰਲੇ ਪਾਸੇ ਆ ਗਏ, ਗੁਬਾਰੇ ਉੱਡਦੇ ਆ ਗਏ ਤੇ ਉਹ ਸਾਰੀ ਜਾਣਕਾਰੀ ਲੈ ਗਏ, ਤੇ ਕਦੇ ਰੌਲਾ ਪੈਂਦਾ ਕਿ ਉਹ ਇੱਥੋਂ ਦੀ ਇਲੈਕਸ਼ਨ ਨੂੰ ਵੀ ਕੰਟਰੋਲ ਕਰਦੇ ਆ। ਫੋਰਨ ਇੰਟਰਫੀਅਰੈਂਸ ਦੇ ਉੱਤੇ ਮੰਗਾਂ ਲਗਾਤਾਰ ਉੱਠ ਰਹੀਆਂ ਤੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੇ ਉੱਤੇ ਇੱਕ ਵੱਡਾ ਪ੍ਰੈਸ਼ਰ ਵੀ ਆ ਕਿ ਘੱਟੋ ਘੱਟ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜਾਂ ਘੱਟੋ ਘੱਟ ਇਹਦੀ ਜਾਂਚ ਪੜਤਾਲ ਜਿਹੜੀ ਆ ਉਹ ਜ਼ਰੂਰ ਕਰਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ ਵੀ ਚੀਨ ਕਿੰਨੀ ਕੁ ਜ਼ਿਆਦਾ ਦਖਲਅੰਦਾਜ਼ੀ ਇੱਥੇ ਕੈਨੇਡਾ ਦੇ ਵਿੱਚ ਕਰ ਰਿਹਾ ਹੈ। ਇੱਕ ਟਰਮ ਬਰਥ ਟੂਰਿਜ਼ਮ ਬਹੁਤ ਪੋਪੂਲਰ ਹੋਈ ਹੈ ਪਿਛਲੇ ਸਮੇਂ ਦੇ ਵਿੱਚ। ਜਿਹੜੀ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਆ ਉਹ ਇਹਦੇ ਇੰਸੀਡੈਂਟਸ ਦੀ ਗੱਲਬਾਤ ਕਰ ਰਹੀ ਆ ਕਿ ਲਗਭਗ ਜਿਹੜਾ ਬਰਥ ਟੂਰਿਜ਼ਮ ਆ ਇਹ ਕਾਫੀ ਪੋਪੂਲਰ ਕੈਨੇਡਾ ਦੇ ਵਿੱਚ ਹੁੰਦਾ ਜਾ ਰਿਹਾ। ਬਰਥ ਟੂਰਿਜ਼ਮ ਦਾ ਮਤਲਬ ਕੀ ਆ ਕਿ ਕੋਈ ਔਰਤ ਜਿਹੜੀ ਪ੍ਰੈਗਨੈਂਟ ਆ ਉਹ ਕੈਨੇਡਾ ਦੇ ਵਿੱਚ ਆਉਂਦੀ ਆ ਕੁਝ ਮਹੀਨਿਆਂ ਦੇ ਲਈ ਜਾਂ ਸਾਲ ਦੇ ਲਈ, ਇੱਥੇ ਆ ਕੇ ਉਹ ਬੱਚੇ ਨੂੰ ਜਨਮ ਦਿੰਦੀ ਹੈ ਤੇ ਜਨਮ ਦੇਣ ਤੋਂ ਬਾਅਦ ਵਾਪਸ ਆਪਣੇ ਦੇਸ਼ ਦੇ ਵਿੱਚ ਬੱਚੇ ਨੂੰ ਲੈ ਕੇ ਚਲੇ ਜਾਂਦੀ ਆ। ਉਹ ਜਿਹੜਾ ਬੱਚਾ ਆ ਕਿਉਂਕਿ ਉਹਦਾ ਜਨਮ ਕੈਨੇਡਾ ਦੇ ਵਿੱਚ ਹੋਇਆ, ਕੁਦਰਤੀ ਤੌਰ 'ਤੇ ਉਹ ਕੈਨੇਡਾ ਦਾ ਸਿਟੀਜ਼ਨ ਬਣ ਗਿਆ, ਉਹ ਕੈਨੇਡੀਅਨ ਸਿਟੀਜ਼ਨ ਗਿਣਿਆ ਜਾਊਗਾ। ਭਾਵੇਂ ਕਿ ਜਦੋਂ 18 ਸਾਲ ਦਾ ਹੁੰਦਾ ਉਹਦੇ ਤੋਂ ਬਾਅਦ ਉਹਨੂੰ ਉਹ ਮਿਲਦੀ ਆ। ਹੁਣ ਲੋਕ ਇਸ ਗੱਲ ਦੇ ਉੱਤੇ ਸਵਾਲ ਚੁੱਕਣ ਲੱਗ ਪਏ ਵੀ ਇੱਦਾਂ ਨਹੀਂ, ਸਿਟੀਜ਼ਨਸ਼ਿਪ ਨਹੀਂ ਦੇਣੀ ਚਾਹੀਦੀ ਕਿ ਬਾਈ ਬਰਥ ਸਿਟੀਜ਼ਨਸ਼ਿਪ ਨਹੀਂ ਹੋਣੀ ਚਾਹੀਦੀ, ਉਹਦਾ ਕੋਈ ਹੋਰ ਹਿਸਾਬ ਕਿਤਾਬ ਹੋਣਾ ਚਾਹੀਦਾ ਵੀ ਉਹਦੇ ਮਾਂ-ਪਿਓ PR ਹੋਣ ਜਾਂ ਉਹਦੇ ਮਾਂ-ਬਾਪ ਇੱਥੇ ਸਿਟੀਜ਼ਨ ਹੋਣ। ਪਰ ਕਿਉਂਕਿ ਕਾਨੂੰਨ ਆ ਤੇ ਕਾਨੂੰਨ ਦੇ ਅਨੁਸਾਰ ਇਹ ਚੱਲ ਰਿਹਾ ਤੇ ਲੋਕ ਇਸ ਗੱਲ ਦੇ ਲਈ ਇੱਥੇ ਆਉਂਦੇ ਆ। ਇੱਥੇ BC ਦੇ ਵਿੱਚ ਵੀ ਇੱਕ ਬਹੁਤ ਸਮਾਂ ਪਹਿਲਾਂ ਇੱਦਾਂ ਦੀ ਗੱਲਬਾਤ ਸਾਹਮਣੇ ਆਈ ਸੀ। ਹੁਣ ਕਿਉਂਕਿ ਬਰਥ ਟੂਰਿਜ਼ਮ ਦਾ ਜੇ ਇੱਥੇ ਬੱਚੇ ਦਾ ਜਨਮ ਹੋ ਰਿਹਾ ਆ, ਉਹ ਸਿਟੀਜ਼ਨ ਤੇ ਇੱਥੇ ਦੀ ਔਰਤ ਹੈ ਨਹੀਂ, ਨਾ ਉਹ PR ਆ, ਤੇ ਕੁਦਰਤੀ ਤੌਰ 'ਤੇ ਆ ਕਿ ਉਹਦਾ ਇੱਥੇ ਉਹਨੂੰ ਪੇ ਕਰਨਾ ਪੈਣਾ ਸਾਰਾ। ਇਹਨੂੰ ਇੰਸ਼ੋਰੈਂਸ ਵੀ ਪੇ ਨਹੀਂ ਕਰਦਾ ਜਿੱਥੇ ਤੱਕ ਜਾਣਕਾਰੀ ਹੈ। ਉਹ ਹੁਣ ਉਹਨੂੰ ਪੇ ਕਰਨਾ ਪੈਣਾ, ਪੇ ਕਰਨ ਤੋਂ ਬਾਅਦ ਹਸਪਤਾਲ ਦਾ ਖਰਚਾ ਹੈ। ਕੁਛ ਇੱਦਾਂ ਦੀ ਜਗ੍ਹਾ ਵੀ ਸਾਹਮਣੇ ਆਈਆਂ ਸੀ ਰਿਚਮੰਡ ਦੇ ਵਿੱਚ ਖਾਸ ਕਰ, ਜਿੱਥੇ ਕਿ ਉਹ ਕੰਮ ਹੀ ਇਹ ਕਰਦੇ ਆ ਕਿ ਇੱਕ ਘਰ ਪੂਰੇ ਦਾ ਪੂਰਾ ਇਸ ਕੰਮ ਲਈ ਉਹਨਾਂ ਨੇ ਕਿਰਾਏ 'ਤੇ ਰੱਖਿਆ ਆ ਕਿ ਤੁਹਾਨੂੰ ਪੈਕੇਜ ਦੇਣਗੇ ਕਿ ਤੁਸੀਂ ਜੇ ਪ੍ਰੈਗਨੈਂਟ ਹੋ ਤੁਸੀਂ ਆਓ, ਇੱਥੇ ਆ ਕੇ ਤੁਹਾਨੂੰ ਰੱਖਣਗੇ, ਹਸਪਤਾਲ ਲੈ ਕੇ ਜਾਣਗੇ, ਹਸਪਤਾਲ ਲਿਜਾ ਕੇ ਘੱਟ ਤੋਂ ਘੱਟ ਉਹਨਾਂ ਦੀ ਐਡਮਿਸ਼ਨ ਹੋਊਗੀ, ਖਰਚਾ ਹੋਊਗਾ ਵੀ ਜਾਂ 1 ਜਾਂ 2 ਦਿਨ ਤੋਂ ਬਾਅਦ ਹੀ ਛੁੱਟੀ ਲੈ ਕੇ ਉਹਨਾਂ ਨੂੰ ਘਰ ਭੇਜ ਦਿੱਤਾ ਜਾਊਗਾ। ਘਰ ਫਿਰ ਉੱਥੇ ਉਹ ਰੱਖ ਕੇ ਉਹਨਾਂ ਨੂੰ ਤੇ ਉਹਨਾਂ ਦੀ ਦੇਖਭਾਲ ਕਰਕੇ ਤੇ ਜਦੋਂ ਥੋੜ੍ਹਾ ਜਿਹਾ ਬੱਚਾ ਵੱਡਾ ਹੋ ਗਿਆ ਜਾਂ ਉਹ ਔਰਤ ਠੀਕ ਹੋ ਗਈ ਤਾਂ ਟਿਕਟ ਲੈ ਕੇ ਆਪਣੇ ਦੇਸ਼ ਨੂੰ ਉੱਡ ਜਾਂਦੇ ਆ। ਹਾਲਾਂਕਿ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਦੀਆਂ ਆਪਣੀਆਂ ਕੰਡੀਸ਼ਨਸ ਹੁੰਦੀਆਂ। ਇੱਦਾਂ ਨਹੀਂ ਹੋ ਸਕਦਾ ਕਿ ਤੁਹਾਡਾ 7th ਮੰਥ ਆ ਜਾਂ ਤੁਹਾਡਾ 8th ਮੰਥ ਆ ਤੇ ਤੁਸੀਂ ਜਹਾਜ਼ ਦੇ ਵਿੱਚ ਚੜ੍ਹ ਕੇ ਕਿਸੇ ਦੂਜੇ ਦੇਸ਼ ਦੇ ਵਿੱਚ ਜਾ ਸਕਦੇ। 에ਅਰਲਾਈਨ ਆਪਣੇ ਲੈਵਲ ਦੇ ਉੱਤੇ ਤੁਹਾਨੂੰ ਰੋਕ ਸਕਦੀ ਹੈ, ਪਰ ਫਿਰ ਵੀ ਇਹ ਜਿਹੜੀਆਂ ਡਿਲੀਵਰੀਜ਼ ਨੇ ਕਾਫੀ ਜ਼ਿਆਦਾ ਇੱਥੇ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ। ਦੱਸਿਆ ਜਾ ਰਿਹਾ ਕਿ 8000 ਹੁੰਦੀ ਸੀ 2010 ਦੇ ਵਿੱਚ ਤੇ 17 ਦੇ ਵਿੱਚ 2500 ਹੋ ਗਈ ਇਸ ਤਰ੍ਹਾਂ ਦੀ ਡਿਲੀਵਰੀ। ਸੋ ਪਰ ਇਹ ਆਪਣੇ ਆਪ ਦੇ ਵਿੱਚ ਇਹਦੇ ਕਈ ਹੋਰ ਪੱਖ ਵੀ ਨੇ ਕਿ ਸਾਰੇ ਇਸ ਕੰਮ ਦੇ ਲਈ ਨਹੀਂ ਆਉਂਦੇ ਜਾਂ ਸਾਰੀਆਂ ਡਿਲੀਵਰੀ ਇਸ ਤਰ੍ਹਾਂ ਨਹੀਂ ਹੁੰਦੀਆਂ ਕਿ ਉਹ ਉਹਨਾਂ ਦੀ ਇੰਟੈਂਸ਼ਨ ਹੁੰਦੀ ਹੈ ਕਿ ਅਸੀਂ ਜਾਣਬੁੱਝ ਕੇ ਉਹਨਾਂ ਦਿਨਾਂ ਦੇ ਵਿੱਚ ਕੈਨੇਡਾ ਦਾ ਵੀਜ਼ਾ ਲੈ ਕੇ ਜਾਂ ਉੱਥੇ ਜਾਈਏ ਤੇ ਉੱਥੇ ਜਾ ਕੇ ਅਸੀਂ ਜਿਹੜੀ ਡਿਲੀਵਰੀ ਆ ਉਹ ਕਰਵਾਈ ਜਾਵੇ। ਜਿਹੜੇ ਦੱਸਿਆ ਜਾ ਰਿਹਾ ਕਿ ਲਗਭਗ 92 ਤੋਂ 93% ਮਾਵਾਂ ਜਿਹੜੀਆਂ ਇੱਥੇ ਕੈਨੇਡੀਅਨ ਸਿਟੀਜ਼ਨ ਨੇ ਜਿਹੜੀਆਂ ਜਾਂ ਲੈਂਡਡ ਇਮੀਗ੍ਰੈਂਟਸ ਨੇ, ਰਿਸਰਚ ਦੇ ਵਿੱਚ ਜਿਹੜੀ ਦੱਸੀ ਜਾ ਰਹੀ ਹੈ ਜਿਹੜੇ ਕਰ ਰਹੇ ਆ, 2% ਅਪਰੋਕਸੀਮੇਟਲੀ 6000 ਸਾਲ ਦਾ ਜਿਹੜਾ
ਪਿਛਲੇ ਸਾਲਾਂ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਮਤਲਬ ਸਿਟੀਜ਼ਨ ਜਾਂ ਪੀਆਰ ਨਹੀਂ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦਿੱਤਾ। ਹੁਣ ਇੱਥੇ ਇੱਕ ਇਹ ਵੀ ਪੱਖ ਦੇਖਣ ਵਾਲਾ ਆ ਕਿ 6000 ਕੇਸਿਸ ਜਿਹੜੇ ਆ ਉਹਨਾਂ ਦੇ ਵਿੱਚ ਜਾਂ ਤਾਂ ਜਿਹੜਾ ਪਿਤਾ ਆ ਉਹ ਕੈਨੇਡੀਅਨ ਆ ਜਾਂ ਉਹਦੀ ਮਦਰ ਫੋਰਨ ਆ ਤੇ ਉਹਨਾਂ ਦੇ ਕੋਲ ਕੋਈ ਲੈਜੀਟੀਮੇਟ ਰੀਜ਼ਨ ਆ, ਕੋਈ ਕਾਰਨ ਆ ਜਿਹਦੇ ਕਰਕੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਬਰਥ ਲਿਆ। ਸਪੈਸ਼ਲੀ ਜਦੋਂ 4000 ਬਰਥ ਕਹਿੰਦੇ ਇਹਨਾਂ ਦੇ ਵਿੱਚ ਉਹ ਆ ਜਿਹੜੇ ਟੈਂਪਰੇਰੀ ਫੋਰਨ ਵਰਕਰ ਨੇ। ਹੁਣ ਉਹ ਇੱਥੇ ਰਹਿ ਰਹੇ ਨੇ ਤੇ ਇੱਥੇ ਬੱਚੇ ਦਾ ਬਰਥ ਹੋ ਗਿਆ, ਇਹਨਾਂ ਨੂੰ ਉਸ ਕੈਟਾਗਰੀ 'ਚ ਨਹੀਂ ਰੱਖਿਆ ਜਾ ਸਕਦਾ ਕਿ ਬਰਥ ਟੂਰਿਜ਼ਮ ਆ ਵੀ ਇੱਥੇ ਸਿਰਫ ਬਰਥ ਕਰਾਉਣ ਦੇ ਲਈ ਆਏ। ਉਹ ਤਾਂ ਕੰਮ ਕਰ ਰਹੇ ਟੈਂਪਰੇਰੀ, ਉਹਨੇ ਇੱਕ ਦਿਨ ਪੀਆਰ ਹੋਣਾ, ਜੇ ਉਹਨਾਂ ਦੇ ਬੱਚਾ ਹੋ ਗਿਆ ਤਾਂ ਬੱਚਾ ਸਿਟੀਜ਼ਨ ਹੋ ਜਾਊਗਾ ਇੱਥੇ ਦਾ, ਪਰ ਉਹਨੂੰ ਕੈਟਾਗਰੀ ਉਹਦੇ 'ਚ ਹੀ ਰੱਖਿਆ ਜਾਊਗਾ ਵੀ ਜਿਹੜੇ ਪੀਆਰ ਜਾਂ ਸਿਟੀਜ਼ਨ ਦੇ ਮਾਪੇ ਨਹੀਂ ਆ ਉਹਨਾਂ ਦੇ ਬੱਚੇ। 1000 ਕੁ ਜਿਹੜੇ ਬੱਚੇ ਆ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਵੀ ਹੁੰਦੇ ਆ। ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦੇ ਆ, ਵਿਆਹ ਕਰਾ ਲੈਂਦੇ ਆ, ਉਹਨਾਂ ਦੇ ਬੱਚੇ ਹੁੰਦੇ ਆ, ਹਾਲਾਂਕਿ ਉਹ ਰਹਿੰਦੇ ਸਟੂਡੈਂਟਸ ਹੀ ਆ, ਮਤਲਬ ਵੀਜ਼ਾ ਉਹਨਾਂ ਦਾ ਉਹੀ ਹੁੰਦਾ ਆ, ਪਰ ਫਿਰ ਵੀ ਉਹ ਜਿਹੜੇ ਬੱਚੇ ਆ 1000 ਕੁ ਬੱਚਾ ਸਾਲ ਦਾ ਉਸ ਕੈਟਾਗਰੀ ਦੇ ਵਿੱਚ ਆਉਂਦਾ। ਇਸੇ ਤਰ੍ਹਾਂ ਹੀ ਜਿਹੜੇ ਕੁਛ ਜਿਹੜੇ ਰਿਫਿਊਜੀ ਕਲੇਮੈਂਟ ਹੁੰਦੇ ਆ ਜਾਂ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੋਲਡਰਸ ਵੀ ਕੁਛ ਸਾਲ ਦੇ ਵਿੱਚ ਹੁੰਦੇ ਆ ਜਿਹੜੇ ਇਸ ਕੈਟਾਗਰੀ ਦੇ ਵਿੱਚ ਆ ਜਾਂਦੇ ਆ। ਸੋ ਬਹੁਤ ਸਾਰੀਆਂ ਮੀਡੀਆ ਦੀਆਂ ਰਿਪੋਰਟਸ ਆਈਆਂ ਸੀ ਇਸ ਐਡੀਸ਼ਨ ਦੇ ਉੱਤੇ ਤੇ ਇਹਦੀ ਫਿਰ ਪਟੀਸ਼ਨ ਦੀ ਵੀ ਗੱਲਬਾਤ ਚੱਲੀ ਸੀ ਕਿ ਇਹਦੀ ਕੋਈ ਵੀ ਸਰਕਾਰ ਜਿਹੜੀ ਹੈ ਨਾ ਉਹ ਕੁਛ ਸਖਤ ਕਾਨੂੰਨ ਬਣਾਵੇ ਇਹਦੇ ਉੱਤੇ ਕਿ ਹਰ ਇੱਕ ਬੰਦਾ ਇੱਥੇ ਦਾ ਸਿਟੀਜ਼ਨ ਇਸ ਤਰੀਕੇ ਦੇ ਨਾਲ ਨਾ ਹੋ ਜਾਵੇ। ਕੈਨੇਡਾ ਦੇ ਵਿੱਚ ਜਿਹੜਾ ਬਰਥ ਟੂਰਿਜ਼ਮ ਆ ਉਹ ਆਫੀਸ਼ੀਅਲੀ ਉਹਨੂੰ ਇੱਦਾਂ ਨਹੀਂ ਡਿਫਾਈਨ ਕੀਤਾ ਗਿਆ। ਜਿਹੜਾ 1947 ਸਿਟੀਜ਼ਨਸ਼ਿਪ ਐਕਟ ਆ, ਕਿਸੇ ਵੀ ਬੱਚੇ ਦਾ ਜਨਮ ਕੈਨੇਡਾ ਦੇ ਵਿੱਚ ਹੋ ਜਾਂਦਾ ਤਾਂ ਉਹਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਣੀ ਆ। ਕੁਛ ਕਹਿੰਦੇ ਆ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਉਹਨਾਂ ਨੂੰ ਦੇਣੀ ਚਾਹੀਦੀ ਆ ਜਿਨ੍ਹਾਂ ਦੇ ਵੀ ਜੇ ਉਹਨਾਂ ਦੇ ਪੇਰੈਂਟਸ ਜਾਂ ਤਾਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟਸ ਆ, ਉਹਨਾਂ ਦੇ ਬੱਚਿਆਂ ਨੂੰ ਹੀ ਕੈਨੇਡੀਅਨ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ। ਦੂਜੇ ਕਹਿੰਦੇ ਆ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਲਗਾਤਾਰ ਇੱਦਾਂ ਹੀ ਰਹਿਣੀ ਚਾਹੀਦੀ ਹੈ ਆਟੋਮੈਟਿਕ ਬੇਸਿਸ ਦੇ ਉੱਤੇ। ਈਵਨ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਟੈਂਪਰੇਰੀਲੀ ਜਾਂ ਈਵਨ ਇਲੀਗਲੀ ਵੀ ਕੈਨੇਡਾ ਦੇ ਵਿੱਚ ਰਹਿ ਰਿਹਾ ਤਾਂ ਬੱਚਾ ਸਿਟੀਜ਼ਨ ਇੱਥੇ ਦਾ ਹੋਣਾ ਚਾਹੀਦਾ ਆ। 57% ਸਪੋਰਟ ਕਰ ਰਹੇ ਆ ਲੋਕ ਇਸ ਵੇਲੇ ਸਿਟੀਜ਼ਨਸ਼ਿਪ ਰਿਵੋਕ ਕਰਨ ਦੀ, ਵਾਪਸ ਲੈਣ ਦੀ ਇਹਨਾਂ ਬੱਚਿਆਂ ਤੋਂ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਜਾਂ ਇਲੀਗਲ ਮਾਈਗਰੈਂਟਸ ਦੇ ਹੁੰਦੇ ਆ। 39% ਸਪੋਰਟ ਕਰ ਰਿਹਾ ਕਿ ਲਾ ਜਿੱਦਾਂ ਹੈਗਾ ਐਜ਼ ਇਟ ਇਹਨੂੰ ਐਸੇ ਤਰੀਕੇ ਦੇ ਨਾਲ ਰਹਿਣਾ ਚਾਹੀਦਾ ਆ। 3000 ਦੇ ਕਰੀਬ ਕੈਨੇਡੀਅਨਸ ਨੂੰ ਉਹਨਾਂ ਨੇ ਇੰਟਰਵਿਊ ਕਰਕੇ ਤੇ ਉਹਨਾਂ ਦੀ ਇਹ ਜਾਣਕਾਰੀ ਲਈ ਹੈ। ਹੁਣ ਇਹ ਉਹਨਾਂ ਦੇ ਮਾਂ-ਬਾਪ ਨੂੰ ਸਿਟੀਜ਼ਨਸ਼ਿਪ ਆਟੋਮੈਟਿਕਲੀ ਨਹੀਂ ਮਿਲਦੀ, ਉਹਦਾ ਹੋਰ ਪ੍ਰੋਸੈਸ ਆ ਕਿ ਜਦੋਂ ਉਹ ਅਡਲਟ ਹੁੰਦਾ ਹੈ ਬੱਚਾ ਤੇ ਉਦੋਂ ਉਹ ਫਿਰ ਆਪਣੇ ਮਾਂ-ਬਾਪ ਨੂੰ ਬੁਲਾਉਂਦਾ ਹੈ ਜਾਂ ਕੀ ਕਰਦਾ ਹੈ, ਉਹ ਉਸ ਵੇਲੇ ਦੀ ਗੱਲ ਆ। ਪਰ ਇਹ ਗੱਲਬਾਤ ਇਸ ਵੇਲੇ ਵਿਵਾਦ ਦੇ ਵਿੱਚ ਜ਼ਰੂਰ ਖੜੀ ਆ। ਅਗਲੀ ਗੱਲਬਾਤ ਦੋਸਤੋ ਥੋੜ੍ਹੀ ਜਿਹੀ ਆਪਣੇ ਇੱਥੋਂ ਦੇ ਮੌਸਮ ਬਾਰੇ। BC ਹਾਈਡਰੋ ਕਾਫੀ ਜ਼ਿਆਦਾ ਕੰਮ ਕਰ ਰਿਹਾ ਹੈ। ਜਿੱਥੇ ਬਿਜਲੀ ਚਲੇ ਗਈ ਹੈ ਪਿਛਲੇ ਕੱਲ੍ਹ 2-3 ਦਿਨਾਂ ਦੇ ਵਿੱਚ ਲੋਅਰ ਮੇਨਲੈਂਡ ਦੇ ਵਿੱਚ, ਖਾਸ ਕਰ ਕੱਲ੍ਹ ਐਤਵਾਰ ਨੂੰ ਜਿੰਨੀ ਬਰਫ਼ਬਾਰੀ ਹੋਈ ਆ ਉਹਦੇ ਨਾਲ ਦੱਸ ਰਿਹਾ ਹੈ ਕਿ 80,000 ਕਸਟਮਰ ਪੂਰੇ ਪ੍ਰੋਵਿੰਸ ਦੇ ਵਿੱਚ ਐਤਵਾਰ ਨੂੰ ਹਨੇਰੇ ਦੇ ਵਿੱਚ ਰਹੇ ਆ। ਬਿਜਲੀ ਚਲੇ ਗਈ ਸੀ ਇਸ ਸਟਰੋਮ ਦੇ ਨਾਲ। ਅਰਲੀ ਆਫਟਰਨੂਨ ਹੀ ਉਹ ਕਹਿੰਦੇ ਕਿ ਪਾਵਰ ਰਿਸਟੋਰ ਕਰ ਦਿੱਤੀ ਸੀ 90% ਦੇ ਵਿੱਚ, 10% ਜਿਹੜੇ ਉਹ ਰਹਿ ਗਏ ਸੀ। ਹੁਣ ਪ੍ਰਾਇਓਰਟਾਈਜ਼ ਕਰ ਰਹੇ ਆ ਉਹਨੂੰ ਕਿ ਕਿੱਥੇ ਖਤਰਾ ਜ਼ਿਆਦਾ ਹੈ, ਇਨਫਰਾਸਟਰਕਚਰ ਕਿੱਧਰ ਆ, ਤੇ ਇੱਕੋ ਹੀ ਉਹਨਾਂ ਦਾ ਗੋਲ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਜਿਹੜਾ ਰਿਸਟੋਰ ਕਰ ਲਿਆ ਜਾਵੇ ਕਿਉਂਕਿ ਮੌਸਮ ਇੱਕਦਮ ਖਰਾਬ ਹੋਇਆ। ਵਾਰਨਿੰਗਸ ਪਹਿਲਾਂ ਵੀ ਸੀਗੀਆਂ, ਕਾਫੀ ਜ਼ਿਆਦਾ ਸਨੋ ਜਿਹੜੀ ਕਿ ਐਕਸਪੈਕਟ ਨਹੀਂ ਆਮ ਤੌਰ 'ਤੇ ਕੀਤੀ ਜਾਂਦੀ ਉਹ ਪਈ ਆ ਤੇ ਪਾਵਰ ਲਾਈਨਸ ਦੇ ਉੱਤੇ ਤੇ ਜਿਹੜੇ ਇਲੈਕਟ੍ਰਿਕ ਇਕਵਿਪਮੈਂਟ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਪਿਆ ਆ। ਤੇ ਇਹ ਵੀ ਆ ਕਿ ਜਦੋਂ ਕਿਤੇ ਪਾਵਰ ਲਾਈਨ ਕੋ ਥੱਲੇ ਡਿੱਗੀ ਆ ਤੇ ਉੱਥੇ ਇਹਨਾਂ ਨੇ ਕਿਹਾ ਵੀ 10 ਮੀਟਰ ਤੋਂ ਪਰੇ ਰਹੋ ਤੇ 911 ਕਾਲ ਕਰ ਦਿਓ, ਉਸੇ ਵੇਲੇ ਇਹ ਖਤਰਨਾਕ ਹੋ ਸਕਦੀ ਆ। ਮਤਲਬ ਸਬ ਜ਼ੀਰੋ ਟੈਂਪਰੇਚਰ ਅਜੇ ਵੀ ਆ ਵੀਕ ਦੇ ਵਿੱਚ ਅੱਗੇ ਵੀ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਤੇ ਇਹ ਜਿਹੜਾ ਸਟਰੋਮ ਆ ਇਹ ਕਾਫੀ ਜ਼ਿਆਦਾ ਲੋਕਾਂ ਨੂੰ ਐਮਰਜੈਂਸੀ ਦੇ ਵਿੱਚ ਸਮੱਸਿਆ ਪੈਦਾ ਕਰ ਰਿਹਾ ਆ। ਤੇ ਇਹਦੀਆਂ ਜਿਹੜੀਆਂ ਡਿਟੇਲਡ ਇੰਸਟਰਕਸ਼ਨਸ ਨੇ ਤੁਹਾਡੇ ਕੋਲ ਇੱਕ 74 ਆਵਰ ਕਿੱਟ ਜਿਹੜੀ ਹੋਣੀ ਚਾਹੀਦੀ ਆ ਉਹ ਵੀ ਹੈਗੀਆਂ, ਉੱਥੋਂ ਵੀ ਦੇਖੀਆਂ ਜਾ ਸਕਦੀਆਂ ਆ। ਤੇ ਕਲਾਈਮੇਟ ਚੇਂਜ ਕੈਨੇਡਾ ਨੇ ਇਹ ਵੀ ਸਨੋਫਾਲ ਦੇ ਉੱਤੇ ਅੱਗੇ ਵੀ ਵਾਰਨਿੰਗ ਦਿੱਤੀ ਹੈ 11 ਸੈਂਟੀਮੀਟਰ ਦੇ ਕਰੀਬ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ। ਤੇ ਜਿਹੜਾ ਸਰੀ ਦੇ ਵਿੱਚ ਕਿਤੇ ਨਾ ਕਿਤੇ ਐਤਵਾਰ ਸਵੇਰੇ 30 ਸੈਂਟੀਮੀਟਰ ਦੇ ਨੇੜੇ ਤੇੜੇ ਸਨੋ। ਇਹਦੇ ਨਾਲ ਅਸਰ ਜਿੱਥੇ ਜਿਹੜਾ BC ਹਾਈਡਰੋ ਆ ਉਹ ਕੰਮ ਕਰ ਰਿਹਾ ਕਿ ਬਿਜਲੀ
ਸਾਰਿਆਂ ਘਰਾਂ ਵਿੱਚ ਚਲੇ ਜਾਵੇ, ਉੱਥੇ ਫਲਾਈਟਾਂ ਦੇ ਉੱਤੇ ਬਹੁਤ ਵੱਡਾ ਅਸਰ ਪਿਆ। ਮਤਲਬ ਐਤਵਾਰ ਸਵੇਰੇ ਹੀ ਕੱਲ੍ਹ ਲੈ ਕੇ ਜਿਹੜੇ ਮੇਜਰ ਰੂਟ ਸੀਗੇ ਮੇਨਲੈਂਡ ਦੇ, ਉਹਨਾਂ ਦੇ ਸਾਈਡ ਸਟ੍ਰੀਟਸ ਥਰੂ ਆਊਟ ਦੇ ਵਿੱਚ ਉਹਨਾਂ ਦੇ ਉੱਤੇ ਸਨੋ ਸੀਗੀ ਅਤੇ ਪੂਰੀਆਂ ਕਵਰਡ ਸੀਗੀਆਂ। ਅਤੇ ਜਿਹੜਾ ਏਅਰਪੋਰਟ ਦੇ ਉੱਤੇ ਫਲਾਈਟਸ ਦੇ ਉੱਤੇ ਵੀ ਮਤਲਬ ਸਿੱਧਾ ਇਹਦਾ ਅਸਰ ਪਿਆ ਹੈ। ਕਈ ਫਲਾਈਟਾਂ ਜਿਹੜੀਆਂ ਉਹ ਇੱਥੋਂ ਕੈਂਸਲ ਵੀ ਹੋਈਆਂ। ਔਰ ਇਹ ਵੀ ਆ ਕਿ ਤੁਹਾਨੂੰ ਯਾਦ ਜਿਹੜਾ ਕਰਵਾਇਆ ਜਾਂਦਾ ਕਿ ਜਿਹੜੀ ਸਾਈਡ ਵਾਕ ਆ ਉਹ ਤੁਹਾਨੂੰ ਦੂਜੇ ਦਿਨ ਸਵੇਰੇ 10 ਵਜੇ ਤੱਕ ਜਿਹੜੇ ਘਰ ਦੇ ਅੱਗੇ ਆ ਉਹਨੂੰ ਕਲੀਅਰ ਕਰਨੀ ਉਹਦੇ ਲਈ ਜ਼ਰੂਰੀ ਹੈ, ਨਹੀਂ ਤਾਂ ਉਹ ਤੁਹਾਡੀ ਜ਼ਿੰਮੇਵਾਰੀ ਆ। ਰੋਡ ਕਲੀਅਰ ਕਰਨੀ ਸਿਟੀ ਦੀ ਜ਼ਿੰਮੇਵਾਰੀ ਆ, ਪਰ ਇਹਨੂੰ ਕਲੀਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਆ। ਅਗਲੇ ਦਿਨ 10 ਵਜੇ ਤੋਂ ਪਹਿਲਾਂ ਤੱਕ ਉਹਨੂੰ ਕਲੀਅਰ ਹੋਣਾ ਚਾਹੀਦਾ। ਅਤੇ ਇਹਦੇ ਨਾਲ ਫਿਰ ਜੇ ਕੋਈ ਉੱਥੇ ਡਿੱਗ ਜਾਂਦਾ ਜਾਂ ਸੱਟ ਲੱਗ ਜਾਂਦੀ, ਉਹਦੇ ਫਿਰ ਜਿਹੜੇ ਆ ਉਸ ਕਿਸਮ ਦੀ ਇਹ ਕਾਨੂੰਨੀ ਅੜਚਣਾ ਵੀ ਹੋ ਸਕਦੀਆਂ। 200 ਫਲਾਈਟ ਕੈਂਸਲ ਹੋਈ ਹੈ ਇਸ ਵੀਕਐਂਡ ਦੇ ਉੱਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ, ਅਤੇ ਟਰੈਵਲਰ ਦੇ ਉੱਤੇ ਬਹੁਤ ਵੱਡਾ ਅਸਰ ਪਿਆ। ਸੈਟਰਡੇ ਨੂੰ, ਸ਼ਨੀਵਾਰ ਨੂੰ ਹੀ ਜਿਹੜਾ YVR ਉੱਥੇ ਅਨਾਊਂਸਮੈਂਟ ਹੋਈ ਸੀ ਕਿ ਕੈਂਸਲੇਸ਼ਨ ਲਗਭਗ 15% ਫਲਾਈਟ, ਅਤੇ ਜਿੱਦਾਂ ਸਨੋ ਪੈ ਰਹੀ ਆ ਉਹਦੀ ਦੇਖਦੇ ਹੋਏ ਕੁਛ ਜਿਹੜੇ ਹੋਰ ਡਿਲੇਜ਼ ਨੇ ਅਤੇ ਕੈਂਸਲੇਸ਼ਨ ਆ ਉਹ ਵੀ ਇੱਥੇ ਹੋਰ ਹੋਈਆਂ ਵੀ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋ ਸਕਦੀਆਂ। ਸੋ ਆਪਣਾ ਜਦੋਂ ਤੁਸੀਂ ਜਾ ਰਹੇ ਆ ਇਹਨੂੰ ਚੈੱਕ ਕਰਕੇ ਜ਼ਰੂਰ ਜਾਇਆ ਜਾਵੇ, ਅਤੇ ਜਿਹੜਾ ਜਿੱਥੇ ਕਿਤੇ ਵੀ ਕੋਈ ਬਿਜਲੀ ਦੀਆਂ ਤਾਰਾਂ ਡਿੱਗੀਆਂ ਪਈਆਂ ਨੇ ਉਹਨੂੰ ਥੋੜ੍ਹਾ ਜਿਹਾ ਉਹਦੇ ਤੋਂ ਬਚਾਅ ਦੇ ਨਾਲ, ਅਤੇ ਜ਼ਰੂਰ ਜੇ ਕੋਈ ਇੱਦਾਂ ਦੀ ਵਾਰਦਾਤ ਦਿਸਦੀ ਆ ਤਾਂ ਉਸੇ ਵੇਲੇ 911 ਕਾਲ ਕਰਕੇ ਦੱਸਿਆ ਜਾਵੇ। ਅਗਲੀ ਗੱਲਬਾਤ ਜਿਹੜੀ ਨਵੀਂ ਟੈਕਨੋਲੋਜੀ ਸਾਹਮਣੇ ਆਈ ਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਵੇਂ ChatGPT ਆ ਜਾਂ ਗੂਗਲ ਬਾਰਡ ਆ, ਇਹਦੇ ਬਾਰੇ ਆ। ਇਹਨਾਂ ਨੇ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੀ ਕ੍ਰਾਂਤੀ ਲਿਆ ਦਿੱਤੀ ਆ। ਕਈ ਵਾਰੀ ਆਪਾਂ ਗੱਲਬਾਤ ਕੀਤੀ, ਅਜੇ ਵੀ ਇਹ ਕੈਨੇਡਾ ਦੇ ਵਿੱਚ ਮਤਲਬ ਹੈਡਲਾਈਨ ਆ ਜਿਹੜੀ ChatGPT ਅਤੇ ਗੂਗਲ ਬਾਰਡ। ਇਹ ਔਰ ਇਹਦੇ ਹੋਰ ਕਈ ਰੂਪ ਜਿਹੜੇ ਸਾਹਮਣੇ ਚੈਟਬੋਰਡ ਆ ਕਈ ਕੰਪਨੀਆਂ ਦੇ ਸਾਹਮਣੇ ਆ ਰਹੇ ਆ। ਅਤੇ ਹੁਣ ਇਹ ਆ ਵੀ ਕੈਨੇਡੀਅਨ ਇਹਦੇ ਬਾਰੇ ਸੋਚਦੇ ਕੀ ਆ। ਇੱਕ ਸਰਵੇ ਕੀਤਾ ਆ ਲੈਜਰ ਨੇ, ਉਹ 23 ਫਰਵਰੀ ਨੂੰ ਪਬਲਿਸ਼ ਕੀਤਾ ਗਿਆ ਸੀ, ਜਿਹਦੇ ਵਿੱਚ ਇਹ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਆ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੀਕ ਬਾਰੇ ਕੀ ਸੋਚਦੇ ਆ, ਅਤੇ ਇਸ ਦੀ ਵਰਤੋਂ ਦੇ ਲਈ ਉਹ ਕਿੰਨੇ ਕੁ ਫੈਮੀਲੀਅਰ ਨੇ ਜਾਂ ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੈ ਜਿਹੜੀ ਨਵੀਂ ਚੀਜ਼ ਕੰਪਿਊਟਰ ਦੇ ਉੱਤੇ ਸਾਹਮਣੇ ਆਈ ਹੈ। 1540 ਜਣਿਆਂ ਦਾ ਇੱਕ ਕੈਨੇਡੀਅਨਸ ਦਾ ਅਤੇ 1000 ਕੁ ਅਮਰੀਕਨ ਦਾ ਉਹਨਾਂ ਨੇ ਸੈਂਪਲ ਲਿਆ 18 ਸਾਲ ਤੋਂ ਉੱਪਰ ਵਾਲਿਆਂ ਨੂੰ, ਅਤੇ ਰੈਂਡਮਲੀ ਉਹਨਾਂ ਨੂੰ ਸਿਲੈਕਟ ਕੀਤਾ ਸਰਵੇ ਦੇ ਵਿੱਚ, ਅਤੇ 25 ਕੁਐਸਚਨ ਉਹਨਾਂ ਨੂੰ ਪੁੱਛੇ ਆ, ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਫਰਵਰੀ 10 ਤੋਂ ਲੈ ਕੇ 12 ਦੇ ਵਿੱਚ ਸਰਵੇ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਆ ਕਿ ਮੈਜੋਰਟੀ 65% ਜਿਹੜੇ ਕੈਨੇਡੀਅਨ ਰਿਸਪੋਂਡੈਂਟ ਨੇ ਉਹ AI ਟੂਲ ਨੂੰ ਯੂਜ਼ ਨਹੀਂ ਕਰਦੇ। 19% ਕਹਿੰਦੇ ਵੀ ਅਸੀਂ ਪਰਸਨਲ ਕੰਟੈਕਸਟ ਦੇ ਲਈ ਸਿਰਫ ਯੂਜ਼ ਕਰਦੇ ਹਾਂ। ਹੁਣ ਇਹਨੂੰ ਇਹ ਦੇਖਣਾ ਜ਼ਰੂਰੀ ਆ ਕਿ ਇਹ ਹੈ ਕੀ। ਜਿਹੜਾ ChatGPT ਆ, ChatGPT ਇੱਕ ਓਪਨ ਆਈ ਵੈਬਸਾਈਟ ਦਾ, ਓਪਨ ਆਈ ਦਾ ਪ੍ਰੋਗਰਾਮ, ਓਪਨ AI ਦਾ ਪ੍ਰੋਗਰਾਮ ਆ ਇੱਕ। ਉਸ ਪ੍ਰੋਗਰਾਮ ਦੇ ਉੱਤੇ ਤੁਸੀਂ ਕੁਛ ਵੀ ਕੁਐਸਚਨ ਟਾਈਪ ਕਰਨਾ ਆ, ਜੋ ਵੀ ਤੁਹਾਨੂੰ ਚਾਹੀਦਾ ਉਹਨੂੰ ਟਾਈਪ ਕਰਨਾ ਆ, ਉਹ ਆਪਣੇ ਆਪ ਤੁਹਾਡੇ ਸਾਹਮਣੇ ਸਾਰੇ ਦਾ ਸਾਰਾ ਜਵਾਬ ਲਿਖ ਦੂਗੀ, ਕੋਈ ਵੀ ਸਵਾਲ। ਔਰ ਤੁਸੀਂ ਉਹਨੂੰ ਅੱਗਿਓਂ ਨੈਰੋ ਕਰ ਸਕਦੇ ਆ। ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਮੰਨ ਲਓ ਵੀ ਕੋਈ ਦਾਲ ਸਬਜ਼ੀ ਬਣਾਉਣ ਬਾਰੇ, ਤੁਹਾਨੂੰ ਜਾਣਕਾਰੀ ਚਾਹੀਦੀ ਹੈ ਘਰ ਦੀ ਛੱਤ ਪਾਉਣ ਬਾਰੇ, ਤੁਹਾਨੂੰ ਜਾਣਕਾਰੀ ਚਾਹੀਦੀ ਹੈ ਜਹਾਜ਼ ਬਣਾਉਣ ਬਾਰੇ, ਕੁਐਸਚਨ ਲਿਖ ਦਿਓ ਅਤੇ ਉਹ ਇੱਕ ਇੱਕ ਸਟੈਪ ਕਰਕੇ ਤੁਹਾਨੂੰ ਸਾਰੀ ਗੱਲ ਐਕਸਪਲੇਨ ਕਰ ਦਊਗਾ। ਹੁਣ ਇਹਦੇ ਉੱਤੇ ਸਵਾਲ ਬਹੁਤ ਸਾਰੇ ਉੱਠਣੇ ਸ਼ੁਰੂ ਹੋਏ ਆ ਪਿਛਲੇ ਸਮੇਂ ਦੇ ਵਿੱਚ ਕਿ ਫਿਰ ਨਿਆਣੇ ਜਿਹੜੇ ਸਟੂਡੈਂਟ ਨੇ ਸਕੂਲਾਂ ਕਾਲਜਾਂ ਦੇ, ਜਿਹੜੀ ਉਹਨਾਂ ਨੂੰ ਅਸਾਈਨਮੈਂਟ ਟੀਚਰ ਦਿੰਦਾ ਆ, ਇਹ ਤਾਂ ਫਿਰ ਉਹਦੇ ਤੋਂ ਲਿਖ ਕੇ ਲੈ ਆਉਣਗੇ। ਜੇ ਤੁਹਾਨੂੰ ਛੋਟੀ ਲਿਖਣੀ ਆ ਉਹਨੂੰ ਤੁਸੀਂ ਡਿਫਾਈਨ ਕਰ ਦਿਓ ਕਿ ਰਾਈਟ ਅਸਾਈਨਮੈਂਟ ਔਨ ਦਿਸ ਇਨ 1000 ਵਰਡਸ, 1000 ਵਰਡਸ 'ਚ ਲਿਖ ਦੂਗਾ। ਤੁਹਾਨੂੰ ਕਿਸੇ ਗੱਲ ਬਾਰੇ ਆਰਟੀਕਲ ਚਾਹੀਦਾ, ਈਵਨ ਜਿਹੜਾ ਵੈਲੈਂਟਾਈਨ ਡੇ ਦੇ ਉੱਤੇ ਐਡਮਿੰਟਨ ਦੇ ਵਿੱਚ ਇੱਕ ਸਕੂਲ ਦੇ ਵਿੱਚ ਸਾਰੇ ਨਿਆਣਿਆਂ ਨੇ ਜਿਹੜੀ ਕਵਿਤਾਵਾਂ ਇਹਦੇ ਤੋਂ ChatGPT ਤੋਂ ਲਿਖ ਕੇ ਲੈ ਕੇ ਗਏ ਸੀ, ਉਹ ਪੋਇਟਰੀ। ਤੁਸੀਂ ਪੋਇਟਰੀ ਲਿਖ ਸਕਦੇ ਆ, ਉਹਨੂੰ ਇੰਸਟਰਕਟ ਕਰ ਦਿਓ ਕਿ ਆਹ ਪੋਇਟਰੀ ਇੱਦਾਂ ਦੀ ਹੋਣੀ ਚਾਹੀਦੀ, ਇਹਦੇ 'ਚ ਆਹ ਵਰਡ ਹੋਵੇ, ਜੋ ਮਰਜ਼ੀ ਉਹਨੂੰ ਦੱਸੀ ਜਾਓ। ਈਵਨ ਉਰਦੂ ਦੇ ਸ਼ੇਅਰ ਵੀ ਉਹਦੇ ਵਿੱਚ ਲਿਖੇ ਜਾ ਸਕਦੇ ਆ। ਹੁਣ ਇਹ ਸਰਵੇ ਵੀ ਇਹਦਾ ਅਸਰ ਕਿੰਨਾ ਕੁ, ਹਜੇ ਤੱਕ ਗੱਲਬਾਤ ਜਿਹੜੀ ਸਾਹਮਣੇ ਆਈ ਹੈ ਕਿ ਲੋਕਾਂ ਨੂੰ ਬਹੁਤਾ ਇਹਦੇ ਬਾਰੇ ਪਤਾ ਹੀ ਨਹੀਂ ਹੈ, ਲੋਕ ਇਹਨੂੰ ਨਹੀਂ ਵਰਤਦੇ। ਵੱਡਾ ਨੰਬਰ ਜਿਹੜਾ ਇੱਕ 65% ਲੋਕ ਇਹਨੂੰ ਨਹੀਂ ਵਰਤ ਰਹੇ, 19% ਵਰਤ ਰਹੇ ਆ, ਉਹ ਵੀ ਸਿਰਫ ਪਰਸਨਲ ਕੰਟੈਕਸਟ ਦੇ ਵਿੱਚ। ਜਿਹੜਾ ਡਾਟਾ ਆ ਅਲਬਰਟਾ ਦੇ ਵਿੱਚ ਹਾਈਐਸਟ ਨੰਬਰ ਨੇ ਜਿਹੜੇ ਲੋਕ
AI ਟੂਲ ਨੂੰ ਯੂਜ਼ ਕੀਤਾ 30%, 26% ਜਿਹੜੇ ਓਨਟੈਰੀਓ ਦੇ ਵਿੱਚ ਅਤੇ 24% ਮੈਨੀਟੋਬਾ ਤੇ ਸਸਕਾਚੁਅਨ ਦੇ ਵਿੱਚ। ਓਵਰਆਲ 25% ਕੈਨੇਡੀਅਨ ਕਹਿੰਦੇ ਆ ਕਿ ਉਹਨਾਂ ਨੇ AI ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਹੈ, ਜਦੋਂ ਕਿ 21% ਅਮਰੀਕਾ ਦੇ ਵਿੱਚ ਕੈਨੇਡਾ ਨਾਲੋਂ ਵੀ ਘੱਟ ਦੱਸੀ ਜਾ ਰਹੀ ਹੈ। ਦੂਜੀ ਗੱਲਬਾਤ ਆ ਕਿ ਹੁਣ ਤੁਸੀਂ ਤਾਂ ਟਾਈਪ ਕਰ ਦਿੱਤਾ, ਉਹ ਜਾਣਕਾਰੀ ਤਾਂ ਸਾਹਮਣੇ ਆ ਗਈ, ਤੇ ਜੇ ਕੀ ਉਹ ਜਾਣਕਾਰੀ ਸਹੀ ਆ, ਕਿ ਤੁਸੀਂ ਟਰਸਟ ਕਰਦੇ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਨੂੰ? ਇਸ ਮਾਮਲੇ ਦੇ ਵਿੱਚ ਵੀ ਲੋਕਾਂ ਦੀ ਜਿਹੜੀ ਜਿਹੜਾ ਜਵਾਬ ਆ ਉਹ ਵੱਖਰੇ ਦੱਸੇ ਜਾ ਰਹੇ ਆ। ਇਹ ਵੀ ਕਿਹਾ ਗਿਆ ਕਿ ਤੁਸੀਂ ਟਰਸਟ ਕਰਦੇ ਆ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਤੁਹਾਡੇ ਬੱਚਿਆਂ ਨੂੰ ਟੀਚ ਕਰੇ। 48% ਕਹਿੰਦੇ ਵੀ ਨਾਟ ਐਟ ਆਲ। 43% ਕਹਿੰਦੇ ਆ ਕਿ ਉਹ ਇਹਨੂੰ ਟਰਸਟ ਨਹੀਂ ਕਰਦੇ ਇਸ ਤਰੀਕੇ ਦੇ ਨਾਲ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇਹ ਚੈਟ ਬੋਰਡ ਇਸ ਵੇਲੇ ਬਹੁਤ ਚਰਚਾ ਦੇ ਵਿੱਚ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਜੀਵਨ ਦਾ ਇੱਕ ਬੜਾ ਵੱਡਾ ਅੰਗ ਹੋਣਗੇ, ਤੇ ਜਿਹਦੇ ਤੋਂ ਬਹੁਤੀ ਜਾਣਕਾਰੀ ਯੰਗ ਕੈਨੇਡੀਅਨਸ ਜਾਂ ਲੋਕ ਲੈਣਗੇ। ਆਪਣੇ ਆਪ ਦੇ ਵਿੱਚ ਜਿਹੜਾ ਕਦੇ ਸੋਚਿਆ ਨਹੀਂ ਸੀ ਜੋ ਕੁਛ, ਉਹ ਇਸ ਵੇਲੇ ਕੰਪਿਊਟਰ ਨੇ ਕਰ ਦਿੱਤਾ। ਚਰਚਾ ਬਹੁਤ ਆ, ਅਖਬਾਰਾਂ ਦੇ ਵਿੱਚ ਸੁਰਖੀਆਂ ਆ, ਗੱਲ ਕਿਤੇ ਨਾ ਕਿਤੇ ਹੋ ਰਹੀ ਆ, ਪਰ ਮੈਜੋਰਿਟੀ ਕੈਨੇਡੀਅਨਸ ਨੂੰ ਹਜੇ ਤੱਕ ਇਹਦੇ ਬਾਰੇ ਪਤਾ ਨਹੀਂ ਆ, ਤੇ ਜੇ ਕੋਈ ਯੂਜ਼ ਕਰਦੇ ਵੀ ਆ ਤੇ ਉਹ ਵੀ ਜਿਹੜਾ ਥੋੜ੍ਹਾ ਬਹੁਤਾ ਕੁਛ ਆਪਣੇ ਤਰੀਕੇ ਦੇ ਨਾਲ, ਤੇ ਅਦਰਵਾਈਜ਼ ਇਹਨੂੰ ਇੰਨੀ ਜ਼ਿਆਦਾ ਇਹਦੀ ਜਿਹੜੀ ਵਰਤੋਂ ਆ ਉਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਨਹੀਂ ਕੀਤੀ ਜਾਂਦੀ ਜਿਸ ਤਰੀਕੇ ਦੇ ਨਾਲ ਇਹਦਾ ਇਸ ਵੇਲੇ ਚਰਚਾ ਹੋ ਰਿਹਾ ਹੈ। ਅਗਲੀ ਗੱਲਬਾਤ ਦੋਸਤੋ ਸਮਾਲ ਬਿਜ਼ਨੈਸਿਸ ਦੇ ਸਿਰ ਕਰਜ਼ੇ ਬਾਰੇ ਆ। ਫੈਡਰਲ ਸਰਕਾਰ ਨੇ ਜਦੋਂ ਪੈਂਡੈਮਿਕ ਹੋਈ ਸੀ ਉਸ ਵੇਲੇ ਇੱਕ ਪ੍ਰੋਗਰਾਮ ਸੀਗਾ ਪੈਂਡੈਮਿਕ ਲੋਨ ਪ੍ਰੋਗਰਾਮ, ਜਿਹਦੇ ਵਿੱਚੋਂ ਇਹਨਾਂ ਨੇ ਲੋਨ ਦੇ ਦਿੱਤਾ ਸੀ ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਕਾਊਂਟ CEBA ਦੇ ਤਹਿਤ, ਤੇ ਉਹ ਲੋਨ ਇਹਨਾਂ ਬਿਜ਼ਨਸ ਵਾਲਿਆਂ ਨੇ ਵਾਪਸ ਕਰਨਾ ਸੀ, ਜਿਹਦੇ ਵਿੱਚ ਬਹੁਤ ਥੋੜ੍ਹਾ ਜਿਹਾ ਲੋਨ ਵਾਪਸ ਹੋਇਆ ਤੇ ਬਾਕੀ ਉਹਨਾਂ ਨੇ ਵਾਪਸ ਹੀ ਨਹੀਂ ਕੀਤਾ। ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਮਾਊਂਟ ਜਿਹੜਾ ਅਕਾਊਂਟ ਮਾਫੀ ਚਾਹੁੰਦੇ ਆ ਦ ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਕਾਊਂਟ CEBA ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀ ਜਿਸ ਵੇਲੇ ਪੈਂਡੈਮਿਕ ਬਹੁਤ ਸਿਖਰ ਦੇ ਉੱਤੇ ਸੀਗੀ ਕਿ ਇਹਨਾਂ ਬਿਜ਼ਨੈਸਿਸ ਨੂੰ ਮਦਦ ਕੀਤੀ ਜਾਵੇ, ਕਿਉਂਕਿ ਬਿਜ਼ਨਸ ਬੰਦ ਹੋਈ ਜਾਂਦੇ ਸੀ, ਲੋਕਾਂ ਦੇ ਕੋਲ ਆਪਸ਼ਨ ਕੋਈ ਨਹੀਂ ਸੀ, ਲੋਕ ਘਰੋਂ ਬਾਹਰ ਨਿਕਲਣਾ ਬੰਦ ਹੋ ਗਿਆ ਸੀ ਕਿ ਘੱਟੋ ਘੱਟ ਇਹਨਾਂ ਦੇ ਆਪਰੇਸ਼ਨ ਚੱਲਦੇ ਰਹਿਣ ਜਿੰਨਾ ਚਿਰ ਇਹ ਹੈਲਥ ਮੈਜਰਸ ਹੈਗੇ ਆ। ਇਹਦੇ ਵਿੱਚ ਇੰਟਰਸਟ ਫਰੀ ਲੋਨ ਦਿੱਤਾ ਸੀ ਤੇ ਫੈਡਰਲ ਸਰਕਾਰ ਇਹਦੇ ਪਿੱਛੇ ਸੀਗੀ। ਲਗਭਗ 9 ਲੱਖ ਬਿਜ਼ਨਸ ਨੇ ਅਪਰੋਚ ਕੀਤਾ ਸੀ, 900,000 ਨੇ ਇਸ ਪ੍ਰੋਗਰਾਮ ਦੇ ਲਈ, ਜਿਨ੍ਹਾਂ ਦੇ ਵਿੱਚੋਂ ਜਿਹੜਾ 50 ਬਿਲੀਅਨ ਲੋਨ 50 ਬਿਲੀਅਨ ਦਾ ਲੋਨ ਫਿਰ ਡਿਸਟਰੀਬਿਊਟ ਕੀਤਾ ਗਿਆ ਸੀ। ਜਿਹੜਾ ਰੀਸੈਂਟ ਡਾਟਾ ਇਸ ਵੇਲੇ ਐਕਸਪੋਰਟ ਡਿਵੈਲਪਮੈਂਟ ਕੈਨੇਡਾ ਤੇ ਕਰਾਊਨ ਕਾਰਪੋਰੇਸ਼ਨ ਦਾ ਸਾਹਮਣੇ ਆਇਆ ਆ, ਜਿਹਦੇ ਵਿੱਚ ਇਹ ਪਤਾ ਲੱਗਿਆ ਕਿ ਸਿਰਫ ਇੱਕ ਛੋਟਾ ਜਿਹਾ ਫ੍ਰੈਕਸ਼ਨ ਹੀ ਇਹਦਾ ਵਾਪਸ ਕੀਤਾ ਗਿਆ ਆ। ਨਵੰਬਰ ਦੇ ਅੰਤ ਤੱਕ 5.7 ਬਿਲੀਅਨ ਰੀਪੇ ਕੀਤਾ ਗਿਆ ਆ, ਜਿਹੜਾ ਕਿ ਸਿਰਫ 13% ਬਿਜ਼ਨੈਸਿਸ ਨੇ ਜਿਨ੍ਹਾਂ ਨੇ ਫੁੱਲ ਰੀਪੇ ਇਹ ਲੋਨ ਕਰ ਦਿੱਤਾ ਆ। ਸੋ ਇਸ ਚੀਜ਼ ਦੇ ਉੱਤੇ ਹੁਣ ਜਿਹੜੇ ਸਵਾਲ ਉੱਠ ਰਹੇ ਆ ਕਿ ਕੀ ਲੋਕ ਕਹਿੰਦੇ, ਜਿਹੜੇ ਬਿਜ਼ਨਸਮੈਨ ਨੇ ਉਹ ਕਹਿੰਦੇ ਵੀ ਸਾਡੇ ਕੋਲੇ ਹਜੇ ਵੀ ਬਿਜ਼ਨਸ ਪੈਰਾਂ ਸਿਰ ਹੋਏ ਨਹੀਂ, ਸਾਡੀ ਆਮਦਨ ਹੋਈ ਨਹੀਂ, ਇੰਨਾ ਜ਼ਿਆਦਾ ਇਹ ਸਾਰੇ ਕੁਛ ਨੇ ਡਿਸਟਰਬ ਕਰ ਦਿੱਤਾ ਸੀ ਪੈਂਡੈਮਿਕ ਨੇ ਕਿ ਸਾਡੇ ਕੋਲੋਂ ਹਜੇ ਤੱਕ ਉਹ ਸਾਰਾ ਕੁਛ ਰਿਕਵਰ ਹੀ ਨਹੀਂ ਹੋਇਆ। ਜਦੋਂ ਸਾਡੇ ਕੋਲ ਰਿਕਵਰ ਹੀ ਨਹੀਂ ਹੋਇਆ ਤਾਂ ਅਸੀਂ ਕਰਜ਼ਾ ਕਿੱਥੋਂ ਮੋੜ ਦਈਏ? ਹੁਣ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜਾ ਲੋਨ 60,000 ਦਾ ਮਿਲਦਾ ਸੀ ਫੈਡਰਲ ਸਰਕਾਰ ਵੱਲੋਂ, ਇਹ ਜਿਹਦੇ ਵਿੱਚੋਂ ਇੱਕ ਹਿੱਸਾ ਇਹ ਕਹਿੰਦੇ ਸੀ ਮਾਫ ਕਰ ਦਾਂਗੇ, ਪਰ ਜਿਹਨੇ ਉਹ ਪੇਬੈਕ ਨਹੀਂ ਕੀਤਾ ਤੇ ਜਿਹੜਾ ਆਹ 2023 ਦੇ ਅੰਤ ਤੱਕ ਇਸ ਸਾਲ ਤੱਕ, ਤੇ ਉਹਨੂੰ ਫਿਰ ਜਿੰਨਾ ਕਿ ਇਹਨੇ ਮਾਫ ਕਰਨਾ ਸੀ ਉਹ ਮਾਫ ਨਹੀਂ ਕਰਨਾ, ਉਹਨੂੰ ਫਿਰ ਪੂਰਾ ਹੀ ਦੇਣਾ ਪੈਣਾ। ਮਤਲਬ 60,000 ਦਾ 60,000 ਉਹਨੂੰ ਵਾਪਸ ਦੇਣਾ ਪਊਗਾ, ਤੇ ਇਹਦੀ ਡੇਟ ਆਹ 2023 ਦਾ ਆਖਰ ਤੱਕ ਮੰਨਿਆ ਗਿਆ ਸੀ। ਤੇ ਹੁਣ ਉਹ ਕਹਿੰਦੇ ਵੀ ਇਹਦੀ ਜਾਂ ਟਾਈਮ ਵਧਾ ਦਿਓ ਜਾਂ ਇਹਦਾ ਕੁਛ ਨਾ ਕੁਛ ਕਰ ਦਿਓ। ਇਸ ਵੇਲੇ ਇਹ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਲਈ ਇਸ ਵੇਲੇ ਮੁਸ਼ਕਲ ਹੋਇਆ ਪਿਆ, ਉਹ ਪੂਰਾ ਲੋਨ ਵਾਪਸ ਨਹੀਂ ਕਰਦੇ। ਸਰਕਾਰ ਨੇ ਉਦੋਂ ਮਦਦ ਕੀਤੀ ਆ, ਉਹਨਾਂ ਨੇ ਬਿਜ਼ਨਸ ਦੇ ਵਿੱਚ ਪੈਸੇ ਲਾ ਲਏ, ਬਿਜ਼ਨਸ ਅਜੇ ਤੱਕ ਰਿਕਵਰ ਨਹੀਂ ਹੋਏ ਤੇ ਉਹਨੂੰ ਵਾਪਸ ਕਰਨ ਦਾ ਵੇਲਾ ਆ ਗਿਆ। ਜੇ ਉਹਨੂੰ ਵਾਪਸ ਨਾ ਕੀਤਾ ਗਿਆ ਤਾਂ ਜਿਹੜਾ ਕਰਜ਼ਾ ਸਰਕਾਰ ਨੇ ਮਾਫ ਕਰਨਾ ਸੀ 60,000 ਦੇ ਵਿੱਚੋਂ ਥੋੜ੍ਹਾ ਬਹੁਤਾ, ਉਹ ਵੀ ਸ਼ਾਇਦ ਮਾਫ ਨਾ ਕਰੇ, ਤੇ ਉਹ ਵੀ ਹੋ ਸਕਦਾ ਕਿ ਇਹਨਾਂ ਨੂੰ ਸਾਰੇ ਦਾ ਸਾਰਾ ਵਾਪਸ ਦੇਣਾ ਪਵੇ।
ਸੋ ਦੋਸਤੋ, ਇਹਦੇ ਨਾਲ ਇਹ ਅੱਜ ਦੀਆਂ ਗੱਲਾਂ ਬਾਤਾਂ ਇੱਥੇ ਆਪਾਂ ਖਤਮ ਕਰਦੇ ਹਾਂ ਤੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਕੱਲ ਦੇ ਕੁਝ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਚਰਚਾ ਕਰਨ ਲਈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।